किस हद तक जाते सी बलवंत सिंह मुल्तानी होना दे केस 'च सुनिया जाता है कि उन्हां दे पिछे डंडा दे दिता जाता ਜਦੋਂ पुलिस इस तरह का इंटैरोगेट करती है तशद्दद करती है उस वेले पुलिस ड्रंक होंदी है ड्यूटी के दौरान होशो हवास दे विच सारा कुछ किया जाता बिल्कुल। सुमेध सैनी दे नाल इन्ना चिर ड्यूटी की फिर वजह की रही कि अज तुसीं उन्हां दे भेद जिहड़े ने अंदरले वो खुल के खोल रहे हो। सुमेध सैनी के खिलाफ हुण बलवंत सिंह मुल्तानी का केस चल रहा जिन्हां दे उत्ते तुहाडे सामने तशद्दद ढाया गया हो सकता है कि तुसीं भी विचे शामिल होवो। लाग डॉक्टर इन्होंने सारे ने फड़ के मेरा नाम पवाता सुमेध सैनी होना ने देसी मशीन लिया के वो डंडा जिहड़ा सी उहदे विच देता 20-25-30 मिनट बाद ही फैल डाउन कर लाया। जगतार सिंह हवारा के उत्ते बहुत तशद्दद ढाया गया। कोई तशद्दद ढाण की लोड़ की सी उन्हें सारा असला कट के देता। KPS ਗਿੱਲ उस वेले DGP पंजाब सी की डर की सी उन्होंने जसवंत सिंह खालड़ा तो उदों ही गल कहते सी भी आ बंदा लै जाओ इनू मार दो नहीं 311 के आर्डर साडे टाइम होए पे चक दो ते डिसमिस यू आर फ्रॉम दी सर्विस। गुरमीत सिंह पिंकी सुमेध सैनी का ਮੋਹਰਾ ਹੁੰਦਾ ਸੀ ਕਿਸੇ ਨੂੰ गिरफ्तार किया ਜਾਂਦਾ ਸੀ ਉਹਦੇ 'ਚ ਬੱਲੇ ਬੱਲੇ ਚਾਹੇ ਸੁਮੇਧ ਸੈਣੀ ਦੀ ਹੁੰਦੀ ਸੀ ਪਰ ਤਸ਼ੱਦਦ ਗੁਰਮੀਤ ਸਿੰਘ ਪਿੰਕੀ ਵੱਲੋਂ ਢਾਇਆ ਜਾਂਦਾ ਸੀ। ਪੁਲਿਸ ਮੁਕਾਬਲੇ ਤਾਂ ਬਣਾਏ ਜਾਂਦੇ ਸੀ ਕਿਉਂਕਿ ਛੋਟੇ ਜਿਹੜੇ ਮੁਲਾਜ਼ਮ ਸਨ ਉਹਨਾਂ ਨੂੰ ਤਰੱਕੀਆਂ ਚਾਹੀਦੀਆਂ ਸਨ ਉਹਨਾਂ ਨੂੰ ਮੋਢਿਆਂ ਤੇ ਸਟਾਰ ਚਾਹੀਦੇ ਸਨ। ਗੁਰਮੀਤ ਤੇ ਪਿੰਕੀ ਵੀ ਇੱਕ ਛੋਟੇ ਮੁਲਾਜ਼ਮ ਤੋਂ ਵੱਡੇ ਅਫਸਰ ਤੱਕ ਦਾ ਤੈਅ ਕਰਦਾ ਹੈ ਸਫ਼ਰ। ਜਦੋਂ 2000 ਚ ਮੰਦਰ ਗਿਆ ਚੀਕਾਂ ਮਾਰਦੇ ਸੀ ਲੋਕ ਵੀ ਸਰਦਾਰ ਜੀ ਜੋ ਮਰਜ਼ੀ ਹੋ ਜੇ ਨੌਕਰੀ ਨਹੀਂ ਕਰਨੀ। ਅੰਤ ਤੇ ਤੁਹਾਡਾ ਕੀ ਮਤਲਬ ਵੀ ਹੁਣ ਇਨਕਾਊਂਟਰ ਨਹੀਂ ਹੋਏ ਬਿਨਾਂ ਮਤਲਬ ਤੋਂ ਚੱਕ ਕੇ ਮੈਨੂੰ ਕੈਦ ਕਰਾਤੀ। ਕੋਈ ਬੰਦਾ ਲੁਧਿਆਣੇ ਤੋਂ ਤੁਸੀਂ 5000 ਬੰਦਾ ਇਕੱਠਾ ਕਰ ਲਓ ਜੇ ਪੁੱਛ ਲਓ ਵੀ ਪਿੰਕੀ ਨੇ ਮਾਰੀ ਗੋਲੀ ਚਾਹੇ ਇਕੱਲੇ ਵੈਰੀਫਾਈ ਕਰ ਲਓ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ TV ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਪੰਜਾਬ ਦੀ ਫਿਜ਼ਾ ਦੇ ਵਿੱਚ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਦਾ ਨਾਮ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਚਰਚਾ 'ਚ ਹੋਣ ਦਾ ਕਾਰਨ ਸਾਲ 1991 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਦੇ ਨਾਲ ਸੰਬੰਧਿਤ ਹੈ ਤੇ ਇਸ ਸੰਬੰਧ ਦੇ ਵਿੱਚ ਸੁਮੇਧ ਸੈਣੀ ਹੋਣੀ ਕਿੰਨੇ ਕੁ ਕਸੂਰਵਾਰ ਨੇ ਤੇ ਬਲਵੰਤ ਸਿੰਘ ਮੁਲਤਾਨੀ ਹੋਣਾ ਦੇ ਨਾਲ ਕੀ ਕੁਝ ਉਸ ਸਾਲ ਦੇ ਵਿੱਚ ਹੋਇਆ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਕੀ ਤਸ਼ੱਦਦ ਹੋਇਆ ਸੀ। ਇਹ ਪੂਰੀ ਕਹਾਣੀ ਨੂੰ ਜਾਣਨ ਦੇ ਲਈ ਅਸੀਂ ਪਹੁੰਚੇ ਹਾਂ ਸੁਮੇਧ ਸੈਣੀ ਹੋਣਾ ਦੇ ਨਾਲ ਕਈ ਸਾਲ ਕਈ ਦਹਾਕੇ ਨੌਕਰੀ ਕਰਨ ਵਾਲੇ ਗੁਰਮੀਤ ਸਿੰਘ ਪਿੰਕੀ ਹੋਣਾ ਦੇ ਕੋਲ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਿੰਕੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਬੜੇ ਚਰਚੇ ਨੇ ਸੁਮੇਧ ਸੈਣੀ ਤੇ ਗੁਰਮੀਤ ਸਿੰਘ ਪਿੰਕੀ ਦੀ ਜਾਰੀ ਦੇ, ਕਿੰਨਾ ਕੁ ਚੰਗੀ ਤਰ੍ਹਾਂ ਜਾਣਦੇ ਹੋ ਸੁਮੇਧ ਸੈਣੀ ਹੋਣਾ ਨੂੰ? ਬਹੁਤ ਚੰਗੀ ਤਰ੍ਹਾਂ ਜਾਣਦਾ ਜੀ। ਸਨ 1988 15 ਦਸੰਬਰ ਨੂੰ ਇਹ ਫਸਟ ਟਾਈਮ SSP ਲੁਧਿਆਣਾ ਲੱਗੇ ਸੀ ਜੀ। ਉਦੋਂ ਮੈਂ CIA ਸਟਾਫ ਲੁਧਿਆਣਾ ਵਿਖੇ SI ਸੀ ਅਤੇ ਉਸ ਤੋਂ ਬਾਅਦ ਅਸੀਂ ਕਾਫੀ ਅਰਸਾ 2 ਸਾਲ ਦੇ ਕਰੀਬ ਕੰਮ ਲੁਧਿਆਣੇ ਇਕੱਠੇ ਕੀਤਾ ਜੀ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਤਬਾਦਲਾ SSP ਬਠਿੰਡਾ ਹੋ ਗਿਆ। ਇਹ ਮੈਨੂੰ ਉੱਥੇ ਬਠਿੰਡੇ ਨਾਲ ਲੈ ਕੇ ਗਏ। ਬਠਿੰਡੇ ਵੀ ਅਸੀਂ ਇਕੱਠੇ ਰਹੇ। ਕਾਫੀ ਚਰਚਾ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਬਠਿੰਡੇ ਜੋ ਕੁਛ ਹੋਇਆ ਅਸੀਂ ਇਕੱਠੇ ਸੀ। ਉਸ ਤੋਂ ਬਾਅਦ ਤਬਾਦਲਾ ਬਠਿੰਡੇ ਤੋਂ ਗਿਆ ਹੁਸ਼ਿਆਰਪੁਰ ਵੀ ਅਸੀਂ ਇਕੱਠੇ ਰਹੇ ਅਤੇ ਉਸ ਤੋਂ ਬਾਅਦ ਅਸੀਂ ਆ ਗਏ ਚੰਡੀਗੜ੍ਹ। ਇਹ ਜਿਹੜੀ ਆਪਾਂ ਇਸ ਵੇਲੇ ਜੋ ਗੱਲ ਕਰ ਰਹੇ ਇਹ 91 'ਚ SSP ਚੰਡੀਗੜ੍ਹ ਬਤੌਰ ਆ ਗਏ ਸੀ ਅਤੇ ਮੈਂ ਇਹਨਾਂ ਦੇ ਨਾਲ ਹੀ ਚੰਡੀਗੜ੍ਹ ਆਇਆ ਸੀ। ਅਸੀਂ 4 ਬੰਦੇ ਲੁਧਿਆਣੇ ਤੋਂ ਸੀ। ਮੇਰਾ ਆਪਣਾ ਇੱਥੇ ਘਰ ਸੀ ਚੰਡੀਗੜ੍ਹ 'ਚ ਅਤੇ ਆਪਣਾ ਘਰ ਇੱਥੇ ਹੋਣ ਕਰਕੇ ਮੇਰੀ ਸਕੂਲਿੰਗ ਮੇਰੀ ਐਜੂਕੇਸ਼ਨ ਚੰਡੀਗੜ੍ਹ ਦੀ ਸੀ। ਕਾਫੀ ਵਾਰੀ ਜਿਹੜੇ ਬੰਦੇ ਮੇਰੇ ਨਾਲ ਪੜ੍ਹੇ ਸੀ ਉਹ ਕਿਸੇ ਨਾ ਕਿਸੇ ਤਬਦੀਸ਼ ਦਾ ਨਾਂ ਆ ਜਾਂਦਾ ਸੀ ਅਤੇ ਉਹ ਸਾਰੇ ਮੇਰੇ ਕੋਲ ਭੱਜਦੇ ਸੀ। ਮੈਂ ਫਿਰ ਇੱਕ ਦਿਨ ਇਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਜੀ ਮੇਰੀ ਵਾਕਫੀਅਤ ਇੱਥੇ ਬਹੁਤ ਹੈ ਅਤੇ ਮੇਰੇ ਕਹੇ ਤਾਂ ਕਿੰਨੇ ਕੁ ਬੰਦੇ ਤੁਸੀਂ ਛੱਡੋਗੇ, ਪਲੀਜ਼ ਲੈਟ ਮੀ ਗੋ ਬੈਕ ਨਾਓ। ਮੈਂ ਫਿਰ ਲੁਧਿਆਣੇ ਉਸ ਤੋਂ ਬਾਅਦ ਉੱਥੋਂ ਵਾਪਸ ਚਲਾ ਗਿਆ ਸੀ। ਵੈਸੇ ਕੀ ਵਜ੍ਹਾ ਸੀ ਕਿ ਇੰਨੇ ਸਾਲ ਸੱਗੀ ਦੇ ਨਾਲ ਪਰਾਂਦਾ, ਕਦੀ ਬਠਿੰਡੇ, ਕਦੀ ਲੁਧਿਆਣੇ ਅਤੇ ਕਦੀ ਚੰਡੀਗੜ੍ਹ? ਦੇਖੋ ਜਿਹੜਾ ਅੱਤਵਾਦ ਸੀਗਾ, ਅੱਤਵਾਦ ਦੇ ਵਿੱਚ ਜਿਹੜੇ ਨਾਲ ਬੰਦੇ ਭਰੋਸੇਯੋਗ ਜਿਹੜੇ ਹੁੰਦੇ ਸੀ ਜੀ ਉਹੀ ਰੱਖੇ ਜਾਂਦੇ ਸੀ। ਨਵੇਂ ਬੰਦੇ 'ਤੇ ਤਬਾਰ ਕੀਤਾ ਨਹੀਂ ਸੀ ਜਾਂਦਾ। ਕੋਈ ਵੀ ਆਪਰੇਸ਼ਨ ਕਰਨਾ ਉਹ ਉਹਨਾਂ ਨੂੰ ਪਤਾ ਸੀ ਵੀ ਜੋ ਇਹਨਾਂ ਨੂੰ ਸਮਝਾਵਾਂਗਾ ਡਿਊਟੀ ਇਹ ਪੂਰੀ ਪਾਬੰਦ ਹੋ ਕੇ ਕਰਨਗੇ। ਨਵੇਂ ਬੰਦੇ ਨੂੰ ਉਨੀ ਦੇਰ ਸਮਝਾਉਣਾ ਜਾਂ ਨਾਲ ਲਾਉਣਾ ਬੜਾ ਔਖਾ ਸੀ।
ਉਸ ਕਰਕੇ ਸ਼ੁਰੂ ਤੋਂ ਹੀ ਅਸੀਂ ਇਕੱਠੇ ਰਹੇ। ਲੋਕ ਇਹ ਵੀ ਆਖਦੇ ਨੇ ਕਿ ਗੁਰਮੀਤ ਸਿੰਘ ਪਿੰਕੀ ਸੁਮੇਧ ਸੈਣੀ ਦਾ ਮੋਹਰਾ ਹੁੰਦਾ ਸੀ, ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਉਹਦੇ 'ਚ ਬੱਲੇ ਬੱਲੇ ਚਾਹੇ ਸੁਮੇਧ ਸੈਣੀ ਦੀ ਹੁੰਦੀ ਸੀ, ਪਰ ਤਸ਼ੱਦਦ ਗੁਰਮੀਤ ਸਿੰਘ ਪਿੰਕੀ ਵੱਲੋਂ ਢਾਇਆ ਜਾਂਦਾ ਸੀ। ਇਹ ਹੈ ਵੀ ਮੈਂ ਪਹਿਲਾਂ ਉਹ CIA 'ਚ ਸਿਪਾਹੀ ਵੀ ਰਿਹਾ, ਹੈੱਡ ਕਾਂਸਟੇਬਲ ਵੀ ਰਿਹਾ, ASI ਵੀ ਰਿਹਾ ਤੇ ਇੰਸਪੈਕਟਰ CIA ਵੀ ਰਿਹਾ ਜੀ। ਲੁਧਿਆਣੇ 'ਚ ਬੜਾ ਲੰਬਾ ਅਰਸਾ, ਜਿਹਦਾ ਮੈਨੂੰ ਸਭ ਤੋਂ ਜ਼ਿਆਦਾ ਘਾਟਾ ਬਾਅਦ 'ਚ ਲੰਬਾ ਅਰਸਾ ਕੱਟਣ ਦਾ ਹੀ ਰਿਹਾ, ਕਿਉਂਕਿ ਅੱਤਵਾਦ ਜ਼ੋਰਾਂ 'ਤੇ ਸੀ। ਜਿਹੜਾ ਵੀ ਬੰਦਾ ਫੜਿਆ ਜਾਂਦਾ ਸੀ ਉਹ CIA ਆਉਂਦਾ ਹੀ ਆਉਂਦਾ ਸੀ। CIA ਜਦੋਂ ਆਉਂਦਾ ਸੀ ਤਾਂ ਬਤੌਰ ਇੰਸਪੈਕਟਰ ਪੁੱਛ ਗਿੱਛ ਕਰਨਾ ਸਾਡਾ ਕੰਮ ਵੀ ਹੁੰਦਾ ਸੀ ਤੇ ਡਿਊਟੀ ਵੀ ਸੀ ਜੀ। ਹੁਣ ਉਹਦੇ 'ਚ ਕੁਛ ਹੀ ਲੋਕ ਕਹੀ ਜਾਣ, ਇੱਕ ਦੂਜੇ 'ਤੇ ਅਸੀਂ ਫੇਥ ਕਰਦੇ ਸੀ। ਫਿਰ ਉਹਨਾਂ ਦਾ ਇਹ ਸੀਗਾ ਵੀ ਰਾਤ ਨੂੰ ਕਈ ਵਾਰੀ 10 ਵਜੇ ਸੀਗਾ ਜਾਂ ਜਿਹੜਾ ਸਵੇਰੇ 5 ਵਜੇ ਤੱਕ ਬੈਠੇ ਰਹਿਣਾ। ਮੈਨੂੰ ਉਹਨਾਂ ਨੇ ਕਹਿਣਾ ਵੀ ਹੁਣ ਤੂੰ 10 ਵਜੇ ਤੱਕ ਇਹਨਾਂ ਨੂੰ ਸਾਫ਼ ਸੁਫ ਕਰ ਬੰਦਿਆਂ ਨੂੰ। ਮੈਂ ਫਿਰ ਬਾਅਦ 'ਚ ਇਕੱਲਾ ਲਾਉਂਗਾ ਟਾਈਮ, ਜੇ ਇਹਨਾਂ ਨੇ ਮੈਨੂੰ ਕੋਈ ਨਵੀਂ ਗੱਲ ਦੱਸੀ ਮੈਂ ਫਿਰ ਸਮਝਾਂਗਾ ਵੀ ਤੂੰ ਫੇਲ ਹੈ, ਤੂੰ ਗੱਲ ਨਹੀਂ ਕਢਾ ਸਕਿਆ, ਮੈਂ ਕਢਾ ਲਈ। ਥੋੜ੍ਹਾ ਜਿਹਾ ਪ੍ਰੈਸਟੀਜ ਕੁਐਸਚਨ ਵੀ ਹੁੰਦਾ ਸੀ, ਉਸ ਕਰਕੇ ਕੋਈ ਇਹੀ ਜਿਹੀ ਢਿੱਲ ਨਹੀਂ ਸੀ ਛੱਡੀ ਦੀ। ਅੱਤਵਾਦ ਦਾ ਪੂਰਾ ਜ਼ੋਰ ਨਾਲ ਲੜਾਈ ਲੜ ਕੇ ਹੀ ਕਾਬੂ ਕੀਤਾ ਗਿਆ। ਤੇ ਕਿੰਨਾ ਕੁ ਤਸ਼ੱਦਦ ਫਿਰ ਤੁਸੀਂ ਢਾਉਂਦੇ ਸੀ, ਦੇਖੋ, ਕਿਸ ਹੱਦ ਤੱਕ ਜਾਂਦੇ ਸੀ? ਬਲਵੰਤ ਸਿੰਘ ਮਲਤਾਨੀ ਹੋਣਾ ਦੇ ਕੇਸ 'ਚ ਸੁਣਿਆ ਜਾਂਦਾ ਹੈ ਕਿ ਉਹਨਾਂ ਦੇ ਪਿੱਛੇ ਡੰਡਾ ਦੇ ਦਿੱਤਾ ਜਾਂਦਾ, ਫਿਰ ਉੱਥੇ ਠੁੱਡੇ ਮਾਰੇ ਜਾਂਦੇ ਨੇ, ਇੱਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਨੇ। ਕਿੰਨੀ ਕੁ ਸੱਚਾਈ ਹੈ ਇਹਨਾਂ ਗੱਲਾਂ 'ਚ? ਦੇਖੋ, ਠੁੱਡੇ ਮਾਰਨ ਵਾਲੀ ਤਾਂ ਕੋਈ ਗੱਲ ਬਹੁਤੀ ਹੈ ਨਹੀਂ। ਇੰਟਰੋਗੇਸ਼ਨ 'ਚ ਪਹਿਲਾਂ ਜਿਹੜੀਆਂ ਲੱਤਾਂ ਖਿੱਚੀਆਂ ਜਾਂਦੀਆਂ, ਲੱਤਾਂ ਖਿੱਚਣ ਤੋਂ ਬਾਅਦ ਕੋਟਾ 108 ਕਿਲੋ ਦਾ ਕੋਟਾ ਉਹ ਲੱਗਦਾ, ਉਸ ਤੋਂ ਬਾਅਦ ਕਰੰਟ ਲੱਗਦਾ। ਜਦੋਂ ਨਹੀਂ ਕੋਈ ਕਰੰਟ ਤੋਂ ਬਾਅਦ ਵੀ ਸੂਤ ਆਉਂਦੀ, ਡੰਡੇ ਵਾਲੀ ਪੋਜੀਸ਼ਨ 4th ਪੋਜੀਸ਼ਨ ਆ, ਜਾ ਕੇ ਉਹ 4th ਪੋਜੀਸ਼ਨ 'ਚ ਆਉਂਦੀ ਹੈ। ਬਾਕੀ ਜ਼ਰੂਰੀ ਨਹੀਂ ਕਿਸੇ ਨੂੰ ਕੁੱਟਣ ਨਾਲ ਹੀ ਤੁਸੀਂ ਬਣਾ ਸਕਦੇ। ਜੇ ਕਿਸੇ ਨਾਲ ਤੁਸੀਂ ਅੱਧਾ ਘੰਟਾ ਬਹਿ ਕੇ ਪਿਆਰ ਨਾਲ ਗੱਲ ਕਰੋਗੇ। ਮੈਨੂੰ ਯਾਦ ਹੈ ਕਿ ਜਦੋਂ ਹਵਾਰਾ ਫੜਿਆ ਜਗਤਾਰ ਸਿੰਘ, ਐਤਵਾਰ ਦਾ ਦਿਨ ਸੀ, ਮੈਂ ਸਵੇਰੇ ਗਰਮ ਪਾਣੀ ਸੀ, ਇੰਸਪੈਕਟਰ ਸੀ, ਮੈਂ ਗਰਮ ਪਾਣੀ ਕਰਾ ਕੇ ਨਹਾਇਆ ਇਹਨੂੰ, AC ਇਸ਼ਨਾਨ ਕਰਾ ਕੇ ਮੈਂ ਇਹਦੇ ਹੱਥ 'ਚ ਗੁਟਕਾ ਸਾਹਿਬ ਦੇ ਕੇ ਮੈਂ ਕਿਹਾ ਵੀ ਤੂੰ ਆਹ ਗੁਟਕੇ ਦੀ ਹੁਣ ਖਾ ਲਾ ਸਹੁੰ, ਵੀ ਹੋਰ ਮੇਰੇ ਕੋਲ ਕੋਈ ਚੀਜ਼ ਨਹੀਂ, ਅਤੇ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਆਰਾਮ ਨਾਲ ਦੁੱਧ ਪੀ ਸੌਂ ਜਾ। ਉਹ ਕਹਿੰਦਾ ਜੀ ਮੈਂ ਤਾਂ ਸਹੁੰ ਨਹੀਂ ਖਾਂਦਾ। ਮੈਂ ਕਿਹਾ ਕਿਉਂ ਨਹੀਂ ਖਾਂਦਾ? ਕਹਿੰਦਾ ਮੇਰੇ ਕੋਲ ਸਮਾਨ ਹੈਗਾ। ਮੈਂ ਕਿਹਾ ਫਿਰ ਦੇ। ਉਸੇ ਵੇਲੇ ਖਵਾਣੋਂ ਦੇ ਕੋਲ ਲਿਜਾ ਕੇ ਉਹਨੇ ਸਾਨੂੰ ਇੱਕ ਪਿੰਡ 'ਚੋਂ 28 ਪਿਸਤੌਲ ਜਿਹੜੇ ਜ਼ਮੀਨ 'ਚ ਦੱਬਿਆ ਸੀ, ਟਰੱਕ ਦੀ ਟਿਊਬ 'ਚ ਪਾ ਕੇ ਪਟਾਏ। 8 ਸਾਢਾ ਰਾਊਟ ਲਾਂਚਰ, ਕੁੱਟਣ ਦੀ ਲੋੜ ਹੀ ਨਹੀਂ ਪਈ। ਬੜੇ ਪਿਆਰ ਨਾਲ ਉਹ ਕਹਿੰਦਾ ਜੀ ਹੁਣ ਮੈਨੂੰ ਸਹੁੰ ਚੁਕਾ ਲਓ। 1.5 ਕੁਇੰਟਲ RDX ਅੰਬਾਲੇ ਕੰਡ ਤੋਂ ਅਸੀਂ ਛੱਪੜ 'ਚੋਂ ਕਢਾ ਕੇ ਲਿਆਏ। ਜ਼ਰੂਰੀ ਤਾਂ ਨਹੀਂ ਬੰਦਾ ਕੁੱਟਣ ਨਾਲ ਹੀ ਮੰਨਦਾ। ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਪਿਆਰ ਨਾਲ ਗੱਲ ਕਰਕੇ ਕੀਤੀ ਜਾ ਸਕਦੀ, ਪਰ ਗੱਲਾਂ ਤਾਂ ਇਹ ਵੀ ਸਾਹਮਣੇ ਆਉਂਦੀਆਂ ਨੇ ਕਿ ਜਗਤਾਰ ਸਿੰਘ ਹਵਾਰਾ ਦੇ ਉੱਤੇ ਬਹੁਤ ਤਸ਼ੱਦਦ ਢਾਇਆ ਗਿਆ। ਕੋਈ ਤਸ਼ੱਦਦ ਢਾਉਣ ਦੀ ਲੋੜ ਕੀ ਸੀ? ਉਹਨੇ ਸਾਰਾ ਅਸਲਾ ਜਿਹੜਾ ਸੀ ਕੱਢ ਕੇ ਦੇ ਦਿੱਤਾ। ਜੋ ਕੋਈ ਗੱਲ ਸੀਗੀ 1.5 ਮਹੀਨੇ ਤੋਂ ਅਸੀਂ ਪਿੱਛੇ ਲੱਗੇ ਹੋਏ ਸੀ, ਉਹ ਅੱਗੇ ਕੇ ਸੀ ਮਗਰ ਸੀ। 50% ਕਹਾਣੀ ਸਾਨੂੰ ਪਤਾ ਸੀ, ਬਾਕੀ ਉਹਨੇ ਦੱਸਤੀ। ਤਸ਼ੱਦਦ ਕਰਨ ਦੀ ਲੋੜ ਹੀ ਨਹੀਂ ਪਈ। ਕਾਹਦੇ ਲਈ ਤਸ਼ੱਦਦ ਕਰਨਾ ਸੀ? ਹੁਣ ਦਲਜੀਤ ਬਿੱਟੂ ਗਾਮਾ ਇਹ ਮੈਂ ਫੜੇ ਸੀ। ਦਲਜੀਤ ਬਿੱਟੂ ਨੂੰ ਚਪੇੜ ਵੀ ਨਹੀਂ ਮਾਰੀ ਕਿਸੇ ਨੇ, ਜਿਉਂਦਾ ਜੇ ਪੁੱਛ ਲਿਓ ਉਹਨੂੰ। ਜੋ ਗੱਲ ਹੋਈ ਉਹ ਕਹਿੰਦਾ ਜੀ ਮੈਂ ਕਰੀਏ ਦੱਸੂਗਾ ਸਾਰੀ ਗੱਲ। ਹੋ ਗਈ ਕੋਈ। ਅੱਛਾ, ਕਹਾਣੀ ਕੀ ਸੀ ਗੁਰਮੀਤ ਸਿੰਘ ਹੋਣਾ ਨੂੰ ਫਿਰ ਪਿੰਕੀ ਕੈਟ ਦੇ ਨਾਂ ਦੇ ਨਾਲ ਕਿਉਂ ਜਾਣਿਆ ਜਾਣ ਲੱਗਾ? ਦੇਖੋ, ਇਹ ਕਈ ਨਾ ਵਿੱਚ ਸਾਡੇ ਦੁਸ਼ਮਣ ਵੀ ਹੁੰਦੇ, ਕਈ ਸੱਜਣ ਵੀ ਹੁੰਦੇ। ਇੱਕ ਕੈਟ ਆਪਰੇਸ਼ਨ ਉੱਥੇ KPS ਗਿੱਲ ਵੇਲੇ ਚੱਲਿਆ ਸੀ ਜੀ। ਉਹ ਕੈਟ ਆਪਰੇਸ਼ਨ ਦਾ ਇੰਚਾਰਜ ਮੈਂ ਸੀ। ਉਹਦੇ 'ਚ ਕੈਟ ਆਪਰੇਸ਼ਨ ਦੀ ਗੱਡੀ ਪੱਕੀ ਚੱਲਦੀ ਸੀ। ਕੈਟ ਨੂੰ ਗੱਡੀ 'ਚ ਬੰਨ੍ਹ ਕੇ ਉਹਨੂੰ ਲੈ ਕੇ ਜਾਂਦੇ ਸੀ। ਉਹ ਜਦੋਂ ਕੋਈ ਰਾਹ ਜਦੋਂ ਬੰਦਾ ਦਿਖਦਾ ਸੀ ਉਹ ਦਿਖਾਉਂਦਾ ਸੀ, ਉਹਨੂੰ ਫੜ ਲਿਆ ਜਾਂਦਾ ਸੀ। ਕੁਛ ਮੇਰੇ ਮਿਹਰਬਾਨ ਕਾਫੀ ਸੀਗੇ ਇੱਥੇ। ਮੈਂ ਕਿਹਾ ਕਈ ਜੋ ਪੈਂਦੇ ਨੇ, ਜੋ ਕਹਿਣਾ ਕਿ ਇਸ ਦਾ ਮੂੰਹ ਥੋੜ੍ਹੀ ਫੜਿਆ ਜਾ ਸਕਦਾ। ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਮੇਰੀ ਜਿਹੜੀ ਐਨਰੋਲਮੈਂਟ ਹੋਈ ਹੈ, ਮੇਰਾ ਸਾਰਾ ਪੁਲਿਸ ਰਿਕਾਰਡ ਜਿਹੜਾ ਉਹ ਡਾਇਰੈਕਟਰ ਜਨਰਲ ਦੇ ਦਫ਼ਤਰ 'ਚ ਪਿਆ, ਜਾ ਕੇ ਚੈੱਕ ਕੀਤਾ ਜਾ ਸਕਦਾ। ਬਾਕੀ ਲੋਕ ਤਾਂ ਇਸ ਦਾ ਮੂੰਹ ਤਾਂ ਕੋਈ ਫੜ ਹੀ ਨਹੀਂ ਸਕਦਾ। ਸੁਮੇਧ ਸੈਣੀ ਦੇ ਨਾਲ ਇੰਨਾ ਚਿਰ ਡਿਊਟੀ ਕੀਤੀ, ਫਿਰ ਵਜ੍ਹਾ ਕੀ ਰਹੀ ਕਿ ਅੱਜ ਤੁਸੀਂ ਉਹਨਾਂ ਦੇ ਭੇਦ ਜਿਹੜੇ ਨੇ ਅੰਦਰਲੇ ਉਹ ਖੁੱਲ੍ਹ ਕੇ ਖੋਲ੍ਹ ਰਹੇ ਹੋ? ਦੇਖੋ, ਗੱਲ ਇਹ ਆ, ਸਿਆਣੇ ਪੁਲਿਸ ਅਫਸਰ ਸਾਡੇ ਨਾਲ ਬਹੁਤ ਰਹੇ ਨੇ। ਇੱਕ SPD ਜੋਗਿੰਦਰ ਸਿੰਘ ਖਹਿਰਾ ਹੁੰਦੇ ਸੀ,
ਉਹ ਮੈਨੂੰ ਕਹਿੰਦੇ ਇੰਸਪੈਕਟਰ ਸਾਹਿਬ ਕਰਦੇ ਆ ਵੀ ਇਹ ਜਿਹੜਾ ਡਾਕਾ ਤੇ ਕਤਲ ਹੈ ਨਾ, ਇਹ ਕਦੇ ਲੁਕੇ ਨਹੀਂ ਜਾਂਦੇ, ਇਹ ਸਿਰ ਚੜ੍ਹ ਕੇ ਬੋਲਦੇ ਨੇ। ਜੇ ਤੁਸੀਂ ਦੋ ਭਰਾ ਵੀ ਇਕੱਠੇ ਕਿਤੇ ਡਾਕਾ ਜਾਂ ਕਤਲ ਕਰ ਦੋਗੇ ਤਾਂ ਇੱਕ ਦਿਨ ਦੋ ਭਰਾ ਵੀ ਆਪਸ 'ਚ ਫੜ ਜਾਓਗੇ ਜੀ। ਕਹਾਣੀ ਇਹ ਹੋਈ ਵੀ ਜੋ ਵੀ ਕੁਛ ਲੁਧਿਆਣੇ ਐਪੀਸੋਡ ਹੋਇਆ, ਜਿਹੜਾ ਕਤਲ ਦਾ ਪਰਚਾ ਮੇਰੇ 'ਤੇ ਦਿੱਤਾ ਹੈ, ਉਹਦੇ 'ਚ ਪਹਿਲੀ ਜਿਹੜੀ FIR ਹੋਈ ਉਹਦੇ ਵਿੱਚ ਮੇਰਾ ਕੋਈ ਜ਼ਿਕਰ ਨਹੀਂ, ਜੋ ਅਸਲੀਅਤ ਸੀਗੀ ਉਹ ਹੋਈ। ਲਾਗ ਡਾਟ ਨਾਲ ਇਹਨਾਂ ਸਾਰਿਆਂ ਨੇ ਫੜ ਕੇ ਮੇਰਾ ਨਾਂ ਪਵਾਤਾ। ਸੁਮੇਧ ਸੈਣੀ ਹੋਣਾ ਨੇ ਜਿੰਨੇ ਵੀ ਸੀਨੀਅਰ ਅਫਸਰ ਸੀ, 7/1 ਦੀ ਰਾਤ ਦੀ FIR ਜਿਹੜੀ ਪਹਿਲੀ ਹੈ ਉਹਦੇ ਵਿੱਚ ਕੋਈ ਗੱਲ ਨਹੀਂ। ਫਿਰ ਸਪਲੀਮੈਂਟਰੀ ਸਟੇਟਮੈਂਟ ਲਿਖੀ ਜਾਂਦੀ ਹੈ 9 ਤਰੀਕ। ਸਪਲੀਮੈਂਟਰੀ ਜਿਹੜਾ ਬਿੱਟੂ ਗਿੱਲ ਦਾ ਗੋਲੀ ਲਿਖੀ ਸੀ ਉਹ ਕੱਢ ਕੇ ਮੈਨੂੰ ਫਸਾਤਾ ਵੀ ਪਿੰਕੀ ਨੇ ਗੋਲੀ ਮਾਰੀ, ਬਿੱਟੂ ਨੇ ਨਹੀਂ ਮਾਰੀ। ਉਹਦੇ ਵਿੱਚ ਮੈਂ ਹਾਈ ਕੋਰਟ ਤੱਕ ਵੀ ਗਿਆ ਵੀ CBI ਦੀ ਇਨਕੁਆਇਰੀ ਕਰਾ ਲਓ। ਮੁੰਡੇ ਦਾ ਪਿਓ ਜਿਹੜਾ ਬਿਲਕੁਲ ਝੂਠ ਬੋਲ ਰਿਹਾ ਅਮਰੀਕ ਸਿੰਘ, ਉਹ ਹੀ ਵਾਜ਼ ਵੈਰੀ ਮੱਚ ਦੇਅਰ, ਮੈਂ ਤਾਂ ਉੱਥੇ ਹੈ ਹੀ ਨਹੀਂ ਸੀ। ਠੀਕ ਹੈ, ਮੇਰੇ ਕੋਲ ਸਾਰਾ ਰਿਕਾਰਡ ਪਿਆ, ਲੋੜ ਪੈਣ 'ਤੇ ਮੈਂ ਦਿਖਾ ਵੀ ਦਊਂ। ਗੱਲ ਇਹ ਵੀ ਉਹਨੇ ਆਪਣੇ ਅੱਖਾਂ ਨਾਲ ਦੇਖੀ ਗੋਲੀ ਕਿਹਨੇ ਮਾਰੀ। ਉਹ ਫਿਰ ਵੀ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ। ਬਿੱਟੂ ਗਿੱਲ ਨੂੰ ਕੋਈ ਜਾਣਦਾ ਨਹੀਂ ਸੀ ਦੁਨੀਆ 'ਚ। ਪਿੰਕੀ ਇੱਕ ਵੈਲ ਨੋਨ ਸੀਗਾ, ਉਹਨਾਂ ਨੂੰ ਮੌਕਾ, ਹਿਊਮਨ ਰਾਈਟ ਐਕਟੀਵਿਸਟ ਸਾਰੇ ਇਕੱਠੇ ਹੋ ਗਏ। ਇਕੱਠੇ ਹੋਣ ਨਾਲ ਉਹਨਾਂ ਨੇ ਮੈਨੂੰ ਘੇਰੇ 'ਚ ਫਸਾ ਲਿਆ। ਕਿਸੇ ਜੱਜ ਨੇ ਸਾਡੀ ਨਹੀਂ ਸੁਣੀ, ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਪਹਿਲਾਂ ਕੇਸ ਚੱਲਿਆ ਲੁਧਿਆਣੇ ਤੋਂ ਕੇਸ ਟ੍ਰਾਂਸਫਰ ਹੋ ਗਿਆ ਚੰਡੀਗੜ੍ਹ ਤੋਂ 3 ਸੈਸ਼ਨ ਜੱਜ ਸੀ ਤੇ ਨਾ ਸੁਣਨ ਦਾ ਜਵਾਬ ਦਿੱਤਾ ਵੀ ਅਸੀਂ ਨਹੀਂ ਸੁਣਨਾ ਇਹ ਕੇਸ। ਫਿਰ ਇਹ ਕੇਸ ਗਿਆ ਕੁਰਕਸ਼ੇਤਰਾ, 2 ਜੱਜ ਉੱਥੇ ਵੀ ਚੇਂਜ ਹੋਏ। ਕੁਰਕਸ਼ੇਤਰਾ ਤੋਂ ਲਾਸਟ 'ਤੇ ਜਾ ਕੇ ਜਮਨਾ ਨਗਰ ਜਗਾਦਰੀ, ਜਿਹੜਾ ਰਾਜੀਵ ਭੱਲਾ ਜੱਜ ਸੀ ਉਹ ਐਂਟੀ ਸੀਗਾ ਸਾਡੇ, ਉਹ ਇੰਸਪੈਕਟਿੰਗ ਜੱਜ ਸੀਗਾ ਜਮਨਾ ਨਗਰ। ਉਹ ਕਹਿੰਦਾ ਮੈਂ ਤੇਰੀ ਇਨਕੁਆਇਰੀ ਵੀ ਕਰਾਊਂਗਾ CBI ਤੋਂ, ਮੈਂ ਜਮਨਾ ਨਗਰ ਟ੍ਰਾਂਸਫਰ ਕਰਦਾ। ਮੈਂ ਕਰ ਦਿਓ ਜੀ, ਸਜ਼ਾ ਮੈਨੂੰ ਕਰਾ ਕੇ ਅੱਜ ਕਰਾਉਂਦੇ ਨੇ ਇਨਕੁਆਇਰੀ ਮੁੜ ਕੇ। ਠੀਕ ਹੈ ਕਿ ਨਾ, ਇਹ ਲੋਕ ਆਪਣੇ ਜ਼ਬਾਨ 'ਤੇ ਨਹੀਂ ਖੜਨ ਵਾਲੇ ਕੋਈ ਵੀ। ਮੌਕੇ ਦਾ ਫਾਇਦਾ ਹਰ ਇੱਕ ਬੰਦਾ ਉਠਾਉਂਦਾ ਹੈ। ਸੋ ਹੋਇਆ। ਸੁਮੇਧ ਸੈਣੀ ਦੇ ਖਿਲਾਫ ਹੁਣ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਚੱਲ ਰਿਹਾ। ਤੁਸੀਂ ਦਾਅਵਾ ਕਰਦੇ ਹੋ ਕਿ ਇਕੱਲਾ ਬਲਵੰਤ ਸਿੰਘ ਮੁਲਤਾਨੀ ਨਹੀਂ ਹੈ, ਹੋਰ ਵੀ 17-18 ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਤੁਹਾਡੇ ਸਾਹਮਣੇ ਤਸ਼ੱਦਦ ਢਾਇਆ ਗਿਆ। ਹੋ ਸਕਦਾ ਕਿ ਤੁਸੀਂ ਵੀ ਵਿੱਚ ਸ਼ਾਮਲ ਹੋਵੋ, ਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਨੌਜਵਾਨਾਂ ਦੀਆਂ ਉਸ ਵੇਲੇ ਗਈਆਂ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਦੇਖੋ, ਗੱਲ ਇਹ ਹੈ, ਇਹ ਬੜੀ ਡਿਟੇਲ 'ਚ ਇੰਟਰਵਿਊ 2015 ਮੈਂ ਆਊਟਲੁੱਕ ਮੈਗਜ਼ੀਨ ਨੂੰ ਦਿੱਤੀ ਸੀ ਜੀ। ਉਹ ਆਊਟਲੁੱਕ ਇਹਨਾਂ ਕੋਲ ਹੈਗਾ ਵੀ ਹੈ, ਇਹਨਾਂ ਨੇ ਹੁਣ ਕੋਰਟ 'ਚ ਵੀ ਲਾਇਆ। ਜੇ ਲੋੜ ਪਈ ਤਾਂ ਕਾਪੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ। ਉਹਦੇ ਵਿੱਚ ਬੜੀ ਡਿਟੇਲ 'ਚ ਸਾਰੀ ਮੈਂ ਇੰਟਰਵਿਊ ਦਿੱਤੀ, ਕਿਹੜਾ ਬੰਦਾ ਕਿੱਥੇ ਮਰਿਆ। ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ, ਦੇਖੋ ਇੱਕ ਰਜਿੰਦਰ ਸਿੰਘ ਬੁਲਾਰਾ ਸੀ ਪ੍ਰੋਫੈਸਰ PAU ਦਾ, ਉਹਨੂੰ ਚੰਡੀਗੜ੍ਹ ਤੋਂ ਫੜਿਆ ਸੀ। ਫੜਨ 'ਚ ਅਸੀਂ ਸੀਗੇ। ਫੜ ਕੇ ਜਦੋਂ ਲੁਧਿਆਣੇ ਗਏ, ਦੁੱਗਰੀ ਇੰਟਰੋਗੇਸ਼ਨ ਹੋਈ। ਸੈਣੀ ਸਾਹਿਬ ਨੇ SHO ਸਦਰ ਕਵਰਜੀਤ ਨੂੰ ਬੁਲਾ ਲਿਆ, ਕਹਿੰਦੇ ਵੀ ਤੂੰ ਲੈ ਜਾ। ਉਹ ਸਦਰ ਲੁਧਿਆਣੇ ਪਰਚਾ ਦਰਜ ਹੈ, ਉਹ ਸਦਰ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ। ਸਾਡਾ ਉਹਦੇ 'ਚ ਬੰਦਾ ਨਾ ਹੀ ਨਹੀਂ ਗਾ ਕਿਸੇ ਦਾ। ਠੀਕ ਹੈ ਕਿ ਨਾ। ਉਹ ਕਵਰਜੀਤ ਸੰਧੂ ਉਹਨਾਂ ਦਾ ਸਕਾ ਰਿਸ਼ਤੇਦਾਰ ਸੀ ਮਿਸਿਸ ਬੁਲਾਰਾ ਦਾ। ਉਹ ਰੋਜ਼ ਉਹਦੇ ਘਰ ਜਾ ਕੇ ਉਹਨੂੰ ਪੁੱਛਦੀ ਰਹੀ, ਬੇਟਾ ਤੂੰ ਲੁਧਿਆਣੇ ਲੱਗਿਆ, ਪਤਾ ਕਰ ਪ੍ਰੈਸ ਸਾਹਿਬ ਦਾ ਕੀ ਹੋਇਆ। ਆਪ ਉਹ ਸਭ ਕੁਝ ਕਰਨ ਵਾਲਾ ਉਹਨੇ ਉਹਨਾਂ ਨੂੰ ਦੱਸਿਆ ਹੀ ਨਹੀਂ। ਲਾਸਟ ਟਾਈਮ 'ਤੇ ਫਿਰ ਕਵਰ ਸੰਧੂ ਦੇ ਮੈਂ ਜਦੋਂ ਅਸੀਂ ਅਪਰੋਚ ਕੀਤਾ ਸੀ, ਉਹ ਹੱਥ ਖੜੇ ਕਰਕੇ ਕਹਿੰਦੇ ਅਸੀਂ 15 ਸਾਲ ਬਹੁਤ ਕਰ ਲਾਏ ਹਾਂ, ਹੋਰ ਅਸੀਂ ਹਿੰਮਤ ਨਹੀਂ, ਹੁਣ ਅਸੀਂ ਇਸ ਪੰਗੇ 'ਚ ਨਹੀਂ ਪੈਣਾ ਚਾਹੁੰਦੇ। ਕਿ ਨਾਲ ਹੀ ਨਹੀਂ ਤੁਰਿਆ ਕੋਈ ਵੀ। ਉਹ 14-15 ਬੰਦਿਆਂ ਦੀ ਸਾਰੀ ਡਿਟੇਲ ਦਿੱਤੀ ਹੋਈ ਹੈ। ਮੈਂ ਹੁਣ ਤਾਂ 2020 ਤਾਂ ਮੈਂ ਕੋਈ ਬਿਆਨ ਹੀ ਨਹੀਂ ਦਿੱਤਾ, ਨਾ ਮੈਂ ਕੋਈ ਛੇੜਖਾਨੀ ਕੀਤੀ। ਮੈਂ ਤਾਂ ਚੁੱਪ ਕਰਕੇ ਆਪਣੇ ਘਰ ਬੈਠਾ ਆਪਣਾ ਕੰਮ ਕਰਦਾ। ਬਲਵੰਤ ਸਿੰਘ ਮੁਲਤਾਨੀ ਨਾਲ ਕੀ ਹੋਇਆ ਸੀ ਉਸ ਰਾਤ? ਦੇਖੋ, ਬਲਵੰਤ ਸਿੰਘ ਮੁਲਤਾਨੀ ਜਿਹੜਾ ਇੱਕ ਸੈਣੀ ਸਾਹਿਬ 'ਤੇ ਬੰਬ ਲੱਗਿਆ ਸੀ ਚੰਡੀਗੜ੍ਹ, ਉਹਦੇ ਵਿੱਚ ਇਹਦਾ ਰੋਲ ਸੀ। ਇਹ ਸਿਰ ਕੋ JE ਲੱਗਾ ਸੀ, ਇਹਨੂੰ ਚੱਕ ਲਿਆ ਗਿਆ, ਚੱਕ ਕੇ ਇੰਟਰੋਗੇਟ ਕੀਤਾ। ਕਦੇ 11 CI, ਕਦੇ 17, ਕਦੇ ਅਲੱਗ-ਅਲੱਗ ਥਾਵਾਂ 'ਤੇ। ਉਹ ਜਿਹੜੀ ਇੰਟਰੋਗੇਸ਼ਨ ਵਾਲੀ ਗੱਲ ਸੀਗੀ, ਉਹਦੇ 'ਚ ਮੈਂ ਦੱਸਿਆ ਸੀ ਵੀ ਇੰਟਰੋਗੇਸ਼ਨ ਚੱਲਦੀ ਸੀ। ਇੱਕਦਮ ਬਾਅਦ 'ਚ ਇਹਨਾਂ ਨੇ ਉੱਠ ਕੇ ਇਹ ਕਿਹਾ ਵੀ ਮਸ਼ੀਨ ਲਿਆਓ, ਦੇਸੀ ਮਸ਼ੀਨ ਲਿਆ ਕੇ ਉਹ ਡੰਡਾ ਜਿਹੜਾ ਸੀ ਉਹਦੇ ਵਿੱਚ ਦੇ ਤਾ। 20-25-30 ਮਿੰਟ ਬਾਅਦ ਹੀ ਫੈਲ ਡਾਊਨ ਕਰਲਾਇਆ। ਕਰਲਾਉਣ ਤੋਂ ਬਾਅਦ ਜੋ ਹੋਇਆ ਸਭ ਨੂੰ ਪਤਾ। ਤੇ ਫਿਰ ਮੁਕਾਬਲਾ ਬਣਾਇਆ ਗਿਆ? ਮੁਕਾਬਲਾ ਨਹੀਂ ਬਣਾਇਆ ਗਿਆ। ਉੱਥੋਂ
ਜਿਹਦੇ ਤੋਂ ਉਹਨਾਂ ਨੇ RDX ਲਿਆਂਦਾ ਸੀਗਾ, ਉਹ ਬੰਦਾ ਇੱਕ ਨਵਨੀਤ ਕਾਦੀਆਂ KLF ਦਾ ਸੀਗਾ ਮੋਰੀ। ਇਹਨਾਂ ਨੇ ਕਹਿਤਾ ਵੀ ਉਹ ਸੀ ਨਵਨੀਤ ਕਾਦੀਆਂ ਨੂੰ ਫੜਨਾ, ਤੇ ਇਹਨੂੰ ਲੈ ਕੇ ਚੱਲੇ ਆ ਕਾਦੀਆਂ ਉਹ RDX ਦੀ ਬਰਾਮਦਗੀ ਵਾਸਤੇ। ਪੰਡਤ ਸੀਤਾਰਾਮ ਉੱਥੇ SSP ਲੱਗੇ ਹੋਏ ਸੀ। ਸੈਣੀ ਸਾਹਿਬ ਨੇ ਕਿਹਾ ਮੇਰੀ SSP ਨਾਲ ਗੱਲ ਹੋ ਗਈ, ਤੁਸੀਂ ਕਾਦੀਆਂ ਪੁਲਿਸ ਸਟੇਸ਼ਨ ਚੱਲ ਜਾਓ। ਇੱਕ ਬੰਦਾ ਫਰਜੀ ਉਹਨੂੰ ਬਣਾਤਾ ਮੁਲਤਾਨੀ। ਹੁਣ ਜਿਹੜੀ ਕਾਦੀਆਂ ਦੀ ਪੁਲਿਸ ਆ ਉਹਨਾਂ ਨੂੰ ਕੀ ਪਤਾ ਕੌਣ ਹੈ ਮੁਲਤਾਨੀ, ਉਹਨੂੰ ਹਵਾਲਾਤ 'ਚ ਵਾੜਤਾ। ਸੰਤਰੀ ਖੜਾ ਸੀ, ਸੰਤਰੀ ਨੂੰ ਕਹਿੰਦੇ ਵੀ ਬੰਦਾ ਬੰਦ ਕਰਤਾ, ਧਿਆਨ ਰੱਖੀ। 40 ਬੰਦੇ ਇੱਥੋਂ ਚੰਡੀਗੜ੍ਹੋਂ CRP ਦੇ ਚੰਡੀਗੜ੍ਹ ਪੁਲਿਸ 'ਤੇ ਗਏ ਸੀ ਕਾਦੀਆਂ। ਐਟਲੀਸਟ ਇਹਨਾਂ ਨੂੰ ਕਿ 2 ਬੰਦੇ ਆਪਣੇ ਉੱਥੇ ਛੱਡਣੇ ਚਾਹੀਦੇ ਸੀ ਨਿਗਰਾਨੀ ਲਈ। ਬਾਅਦ 'ਚ ਕਹਿੰਦੇ ਸੰਤਰੀ ਨੇ ਦਰਜਾ ਖੋਲ੍ਹਤਾ ਅਤੇ ਮੁਲਤਾਨੀ ਧੱਕਾ ਦੇ ਕੇ ਭੱਜ ਗਿਆ। ਅੱਛਾ, ਹੀ ਰਹਿਣ ਹੋਏ ਉਹਨੂੰ ਭੱਜਾ ਦਿਖਾਤਾ ਉੱਥੋਂ। ਉਹ ਫਿਰ ਜਦੋਂ 2015 'ਚ ਮੈਂ ਇੰਟਰਵਿਊ ਦਿੱਤੀ ਹੈ, ਮੈਂ ਉਹਦਾ ਹੀ ਦੱਸਿਆ ਵੀ ਇੱਦਾਂ ਤਾਂ ਕੋਈ ਭੱਜਿਆ ਨਹੀਂ, ਉਹ ਤਾਂ ਮਾਰਿਆ ਗਿਆ ਇਸ ਤਰ੍ਹਾਂ। ਤੁਹਾਡੀਆਂ ਅੱਖਾਂ ਸਾਹਮਣੇ ਹੋਇਆ ਸੀ। ਹਾਂ, ਉਹਦੇ ਵਿੱਚ ਫਿਰ ਉਹਦੇ ਫਾਦਰ ਨੇ 92 'ਚ ਰਿਟ ਪਾਈ ਸੀ ਹੈਵੀ ਕੋਰਟ 'ਚ, ਉਹ ਡਿਸਮਿਸ ਹੋ ਗਈ ਸੀ। ਫਿਰ ਇਹਨਾਂ ਨੇ ਸੂਓ ਮੋਟਾ ਮਤਾਬ ਸਿੰਘ ਗਿੱਲ ਨੇ ਲੈ ਕੇ ਇੱਕ ਪਰਚਾ ਦਰਜ ਕਰਾਇਆ ਸੀ, ਜਿਹਦੀ ਸੁਪਰੀਮ ਕੋਰਟ 'ਚ ਕੁਐਸ਼ਿੰਗ ਹੋ ਗਈ ਸੀ, ਅਤੇ ਮਤਾਬ ਸਿੰਘ ਗਿੱਲ ਦੇ ਖਿਲਾਫ ਇੱਕ ਸਭੇ ਦਾ ਸਟਰਕਚਰ ਪਾਸ ਕੀਤਾ ਸੁਪਰੀਮ ਕੋਰਟ ਨੇ। ਉਹ ਮੈਂ ਜਿਹੜੀ ਸਟੇਟਮੈਂਟ 2015 ਵਾਲੀ ਦਿੱਤੀ, 20 ਤਾਂ ਮੈਂ ਕੋਈ ਗੱਲ ਕੀਤੀ ਨਹੀਂ ਕਿਸੇ ਨਾਲ। ਉਹਦੇ 'ਤੇ ਉਹਨਾਂ ਨੇ ਕੋਰਟ 'ਚ ਐਪਲੀਕੇਸ਼ਨ ਦੇ ਕੇ ਆਰਡਰ ਕਰਾ ਕੇ ਪਰਚਾ ਦਰਜ ਕਰਤਾ। ਹੁਣ ਮੈਂ ਉਹਦੇ 'ਚ ਇੱਕ ਗਵਾਹੀ ਦਿੱਤੀ ਆਪਣੀ। ਤੁਸੀਂ ਦਾਅਵਾ ਕੀਤਾ ਕਿ ਮੁਲਤਾਨੀ ਦੇ ਨਾਲ ਜੋ ਹੋਇਆ, ਜਿਹੜਾ ਤਸ਼ੱਦਦ ਹੋਇਆ, ਉਹ ਕੋਈ ਪਹਿਲੀ ਵਾਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਬਹੁਤ ਵਾਰ ਹੋਇਆ ਕਿ ਅਜਿਹਾ ਤਸ਼ੱਦਦ ਨੌਜਵਾਨਾਂ ਦੇ ਉੱਤੇ ਕੀਤਾ ਗਿਆ। ਉਹ ਕਿਹਨਾਂ ਵੱਲੋਂ ਕੀਤਾ ਗਿਆ ਸੀ, ਕਿੱਥੇ ਕਿੱਥੇ ਹੋਇਆ ਸੀ? SSP ਸਾਹਿਬ ਵੱਲੋਂ। ਹੁਣ ਅਸੀਂ ਥੋੜ੍ਹੀ ਕਰ ਸਕਦੇ। ਸੁਮੇਧ ਸੈਣੀ ਵੱਲੋਂ। ਜਦੋਂ ਸੀਨੀਅਰ ਅਫਸਰ ਆ ਕੇ ਸਿਰ 'ਤੇ ਬਹਿ ਜੇ, ਉਹ ਇਹ ਗੱਲ ਕਹੇ ਵੀ ਕਰੋ ਇੰਟਰੋਗੇਸ਼ਨ, ਤਾਂ ਯੂ ਹੈਵ ਟੂ ਡੂ। ਹੋਰ ਤੁਹਾਡੇ ਕੋਲ ਰਸਤਾ ਹੀ ਕੋਈ ਨਹੀਂ। ਇਹ ਜਿਹੜੀ ਗੱਲ ਆਖੀ ਜਾਂਦੀ ਹੈ ਕਿ ਜਦੋਂ ਪੁਲਿਸ ਇਸ ਤਰ੍ਹਾਂ ਦਾ ਇੰਟੈਰੋਗੇਟ ਕਰਦੀ ਹੈ, ਤਸ਼ੱਦਦ ਕਰਦੀ ਹੈ, ਖਾਸ ਕਰਕੇ ਅਣਮਨੁੱਖੀ ਤਸ਼ੱਦਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੋ ਕਿ ਸਾਡੇ ਕਾਨੂੰਨ ਦੇ ਵੀ ਵਿਰੁੱਧ ਹੈ, ਉਲਟੇ, ਉਸ ਵੇਲੇ ਪੁਲਿਸ ਡਰੰਕ ਹੁੰਦੀ ਹੈ ਡਿਊਟੀ ਦੇ ਦੌਰਾਨ। ਇਹੀ ਜੀ ਕੋਈ ਖੁਸ਼ਲ ਹਵਾਸ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਂਦਾ ਸੀ। ਬਿਲਕੁਲ। ਦੇਖੋ, ਕਿਸੇ ਸੀਨੀਅਰ ਅਫਸਰ ਦੇ ਬੈਠੇ ਜੂਨੀਅਰ ਬੰਦਾ ਸ਼ਰਾਬ ਪੀ ਕੇ ਉੱਥੇ ਬਹਿ ਹੀ ਨਹੀਂ ਸਕਦਾ, ਸਾਹਮਣੇ ਹੀ ਨਹੀਂ ਜਾ ਸਕਦਾ। 2 ਮਿੰਟ ਤੋਂ ਪਹਿਲਾਂ ਮੈਡੀਕਲ ਹੁੰਦਾ, ਉਸੇ ਵੇਲੇ ਮੈਡੀਕਲ ਕਰਕੇ ਡਿਸਮਿਸ ਕਰਾ ਕੇ ਘਰ ਨੂੰ ਭੇਜ ਦਿੰਦੇ ਨੇ। ਕੋਈ ਸ਼ਰਾਬ ਵਾਲੀ ਗੱਲ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਹਰ ਇੱਕ ਬੰਦਾ ਸਵੇਰੇ 4-5 ਵੱਜ ਜਾਂਦੇ, ਇੰਟਰੋਗੇਸ਼ਨ 10 ਵਜੇ ਦੇ ਬੈਠੇ। ਰੋਟੀ ਖਾਣ ਦਾ ਟਾਈਮ ਨਹੀਂ ਸੀ ਕਿਸੇ ਕੋਲ, ਸ਼ਰਾਬ ਕਿਹਨੇ ਪੀ ਲੈਣੀ ਸੀ? ਇਹੀ ਜਿਹੀ ਕੋਈ ਗੱਲ ਨਹੀਂ। ਬਾਕੀ ਮਨੋਂ ਆਈਆਂ ਜੋ ਲੋਕ ਕਹੀ ਜਾਂਦੇ ਨੇ, ਕੋਈ ਕਿਸੇ ਦੀ ਗੱਲ ਸੁਣਦਾ, ਕੋਈ ਨਹੀਂ ਸੁਣਦਾ, ਭੇਡ ਚਾਲ ਹੈ। ਇੱਕ ਨੇ ਕਹਿ ਦੀ ਦੂਜਾ ਮਗਰ ਲੱਗ ਗਿਆ। ਨਥਿੰਗ ਮੋਰ। ਹੋਰ ਇਹਦੇ 'ਚ ਜਸਵੰਤ ਸਿੰਘ ਖਾਲੜਾ ਇੱਕ ਵੱਡਾ ਨਾਮ ਰਹੇ ਨੇ। ਉਹਨਾਂ ਨੇ ਅਜਿਹੇ ਨੌਜਵਾਨਾਂ ਦੀ ਇੱਕ ਸੂਚੀ ਤਿਆਰ ਕੀਤੀ ਸੀ ਜਿਹੜੇ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ, ਜਿਨ੍ਹਾਂ ਦੇ ਬਾਰੇ ਕੋਈ ਥੋਹ ਪਤਾ ਨਹੀਂ ਲੱਗਾ, ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਇਸ ਤਰੀਕੇ ਦੇ ਨਾਲ ਸਬੂਤ ਉਹਨਾਂ ਦੇ ਮਿਟਾਏ। ਉਹਨਾਂ ਦੇ ਉੱਤੇ ਵੀ ਹਮਲਾ ਹੁੰਦਾ ਹੈ, ਉਹਨਾਂ ਦੀ ਜਾਨ ਚਲੀ ਜਾਂਦੀ ਹੈ। ਉਸ ਹਮਲੇ ਦੇ ਵਿੱਚ ਜਿਹੜੇ ਤੱਥ ਸੀ ਉਹਨਾਂ ਕੋਲ, ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਸੀ, ਕਿੰਨਾ ਕੁ ਡਰਿਆ ਸੀ ਪੁਲਿਸ ਮਹਿਕਮਾ ਜਸਵੰਤ ਸਿੰਘ ਖਾਲੜਾ ਹੋਣਾ ਤੋਂ ਉਸ ਵੇਲੇ? ਦੇਖੋ, ਜਿਹੜੀ ਗੱਲ ਹੈ ਉਹਦੇ ਵਿੱਚ ਜਿਹੜਾ ਮੇਨ DSP ਜਸਪਾਲ ਸਿੰਘ ਸੀ, ਉਹ ਤੇ ਮੈਂ 2008 'ਚ ਉਹ ਬਰਨਾਲੇ ਤੋਂ ਨਾਭੇ ਆ ਗਏ ਸੀ, ਮੈਂ ਪਟਿਆਲੇ ਤੋਂ ਗਿਆ। ਇੱਕ ਕਮਰਾ ਸੀ ਲਿਆ ਦੋਵਾਂ ਨੇ ਉੱਥੇ। ਲਾਸਟ 14 ਤੱਕ ਅਸੀਂ ਇਕੱਠੇ ਰਹੇ। ਹੁਣ ਗੱਲ ਹੈ ਉਹਦੇ 'ਚ 8 ਬੰਦੇ ਨੇ। ਸੁਰਿੰਦਰਪਾਲ ਹੈ, ਸਤਨਾਮ ਹੈ, ਜਸਵੰਤ ਸਿੰਘ ਖਾਲੜਾ ਦੇ ਅਜੀਤ ਸਿੰਘ ਆ ਮਰ ਗਿਆ SSP। ਹੁਣ ਉਹ ਸੀਨੀਅਰ ਅਫਸਰਾਂ ਨੇ ਇੰਨਾ ਕੁ ਉਹਨਾਂ 'ਤੇ ਪ੍ਰੈਸ਼ਰ ਪਾਇਆ, KPS ਗਿੱਲ ਜਾ ਕੇ ਤਰਨਤਾਰਨ ਬੈਠ ਗਿਆ। ਅੱਛਾ। ਉਹਨਾਂ ਨੇ ਕਿਹਾ ਵੀ ਸਾਨੂੰ 2 ਦਿਨ ਦਾ ਟਾਈਮ ਦੇ ਦਿਓ। ਉਹ ਕਹਿੰਦਾ ਨਾ, ਮੈਂ ਤਾਂ ਇੱਥੋਂ ਉੱਠਾਂਗਾ ਉਸੇ ਵੇਲੇ ਜਦੋਂ ਹੋਏਗਾ। ਜਦੋਂ ਜਸਵੰਤ ਸਿੰਘ ਖਾਲੜਾ ਨੂੰ ਮਾਰਿਆ ਗਿਆ, ਉਹ ਕਾਲੀ ਕਾਲੀ ਜਿਹਨਾਂ ਨੇ ਜਾ ਕੇ ਚੱਕ ਕੇ ਉਹ ਕਾਰ ਤੋਰਿਆ ਸੀ ਆਪਣੀ, ਲਿਆਂਦਾ। ਹੁਣ ਗੱਲ ਇਹ ਹੈ ਵੀ ਉਹ ਤਾਂ ਮਰ ਗਿਆ। 16-17 ਸਾਲ ਹੋ ਗਏ, ਉਹ ਪੁਲਿਸ ਸਾਰੀ ਅੰਦਰ ਜੇਲ੍ਹ 'ਚ ਬੈਠੀ ਹੈ। ਤੁਸੀਂ ਇੱਕ ਵਾਰੀ ਮੈਨੂੰ ਦੱਸ ਦਿਓ ਵੀ ਉਹਨਾਂ ਦਾ ਕਸੂਰ ਕੀ ਹੈ? ਉਹਨਾਂ ਨੇ ਸਿਰਫ ਹੁਕਮ ਮੰਨਿਆ ਵਾ ਕਿ ਵੀ ਸੀਨੀਅਰ ਅਫਸਰਾਂ ਦਾ। ਪਰ ਕਿਉਂ? KPS ਗਿੱਲ ਉਸ ਵੇਲੇ DGP ਪੰਜਾਬ ਸੀ, ਕੀ ਡਰ ਕੀ ਸੀ ਉਹਨਾਂ ਨੂੰ ਜਸਵੰਤ ਸਿੰਘ ਖਾਲੜਾ ਤੋਂ? ਜਿਹੜੀ ਗੱਲ ਡਰ ਵਾਲੀ ਹੈ, ਇਸ ਉਹਨਾਂ ਨਾਲ ਨਹੀਂ ਹੋਈ, ਸਾਡੇ ਨਾਲ ਵੀ ਹੋਈ। ਉਦੋਂ ਹੀ ਗੱਲ ਕਹਿੰਦੇ ਸੀ ਵੀ ਆਹ ਬੰਦਾ ਲੈ ਜਾਓ, ਇਹਨੂੰ ਮਾਰ ਦਿਓ।
ਨਹੀਂ ਆ 311 ਦੇ ਆਰਡਰ ਸਾਡੇ ਟਾਈਪ ਹੋਏ ਪਏ, ਚੱਕ ਲਓ ਤੇ ਡਿਸਮਿਸ ਯੂ ਆਰ ਫਰੋਮ ਦੀ ਸਰਵਿਸ। ਅੱਛਾ, ਜਦੋਂ ਡਿਸਮਿਸ ਤੁਸੀਂ ਇਸ ਸਟੇਜ ਤੇ ਆ ਕੇ ਹੋ ਗਏ। ਅੱਛਾ, ਸੀਨੀਅਰ ਅਧਿਕਾਰੀ ਕਹਿੰਦੇ ਸੀ ਜਾਂ ਤਾਂ ਪੁਲਿਸ ਮੁਕਾਬਲਾ ਕਰੋ ਤੇ ਜਾਂ ਫਿਰ ਡਿਊਟੀ ਤੋਂ ਫਾਰਗ ਡਿਸਮਿਸ ਉਸੇ ਵੇਲੇ। ਹੁਣ ਗੱਲ ਇਹ ਹੈ ਵੀ ਜੇ ਉਹਨਾਂ ਦਾ ਹੁਕਮ ਨਹੀਂ ਮੰਨਦੇ ਫਿਰ ਵੀ ਬੰਦਾ ਮੰਨਦਾ, ਜੇ ਮੰਨਦੇ ਆ ਤਾਂ ਅੱਜ ਤੱਕ DSP ਸ਼ੇਖੋਂ 18 ਸਾਲ ਦਾ ਅੰਦਰ ਬੈਠਾ ਅੰਮ੍ਰਿਤਸਰ, ਉਹਦਾ ਭਰਾ ਮਾਰਤਾ ਅੱਤਵਾਦੀਆਂ ਨੇ, ਜਿਨ੍ਹਾਂ ਨੇ ਮਾਰਿਆ ਉਹਨੇ ਬਦਲਾ ਲੈ ਲਿਆ, ਤੇ ਉਹਦਾ ਕਸੂਰ ਕਿੰਨਾ ਕੁ ਆਪਣਾ ਭਰਾ ਮਰਵਾਇਆ ਉਹਨੇ, ਭਤੀਜਾ ਮਰਵਾਇਆ, ਇੰਨਾ ਕਸੂਰ ਸੀ ਉਹਦਾ। ਗੱਲ ਇਹ ਤਾਲੀ ਦੋ ਹੱਥਾਂ ਨਾਲ ਵੱਜਦੀ ਹੈ, ਇੱਕ ਨਾਲ ਨਹੀਂ ਵੱਜਦੀ। ਇਹ ਵੀ ਲੋਕ ਆਖਦੇ ਨੇ ਨਾ ਗੁਰਮੀਤ ਜੀ ਕਿ ਪੁਲਿਸ ਮੁਕਾਬਲੇ ਤਾਂ ਬਣਾਏ ਜਾਂਦੇ ਸੀ ਕਿਉਂਕਿ ਛੋਟੇ ਜਿਹੜੇ ਮੁਲਾਜ਼ਮ ਸਨ ਉਹਨਾਂ ਨੂੰ ਤਰੱਕੀਆਂ ਚਾਹੀਦੀਆਂ ਸਨ, ਉਹਨਾਂ ਨੂੰ ਮੋਢਿਆਂ ਤੇ ਸਟਾਰ ਚਾਹੀਦੇ ਸਨ। ਗੁਰਮੀਤ ਤੇ ਪਿੰਕੀ ਵੀ ਇੱਕ ਛੋਟੇ ਮੁਲਾਜ਼ਮ ਤੋਂ ਵੱਡੇ ਅਫਸਰ ਤੱਕ ਦਾ ਕੋਈ ਕਿਸੇ ਦੀ ਮੇਰੀ ਗੱਲ ਸੁਣੋ, ਮਹਿਕਮਾ ਕਿੰਨਾ ਕੁ ਤੁਹਾਨੂੰ ਅਕੋਮੋਡੇਟ ਕਰ ਦੇਗਾ ਵੀ ਤੁਹਾਨੂੰ ASI ਇੰਸਪੈਕਟਰ। ਜਦੋਂ ਸਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਹੁੰਦੇ ਸੀ, ਇੱਕ ਬੈਂਸ ਕਮਿਸ਼ਨ ਬਣਿਆ ਸੀ, ਬੈਂਸ ਕਮਿਸ਼ਨ ਨੇ ਉਹ ਬੰਦਾ 400 ਛੱਡਤਾ। ਉਹ ਜਿਹੜੇ ਜੇਲ੍ਹਾਂ 'ਚ ਬੈਠੇ ਸੀ ਉਹਨਾਂ ਨੇ ਬਾਹਰ ਆ ਕੇ ਹਨੇਰੀ ਲਿਆਤੀ, ਡਾਕੇ, ਕਤਲ, ਜੇ ਉਹ ਜਦੋਂ ਇਹਨਾਂ ਨੇ ਇੱਕ ਗੱਲ ਕਹੀ ਵੀ ਜਿਹੜਾ ਬੰਦਾ ਅੱਤਵਾਦ ਆ ਗਿਆ ਉਹਨੂੰ ਤੁਸੀਂ ਜਿੱਦਾਂ ਮਰਜ਼ੀ ਸਪੇਅਰ ਕਰ ਲਓ, ਉਹ ਹਟੇਗਾ ਨਹੀਂ ਹਰਕਤ ਤੋਂ, ਵੀ ਇਹ ਮਾਰਨ ਤੋਂ ਹਟਣਗੇ। ਬੈਂਸ ਕਮਿਸ਼ਨ 400 ਬੰਦਾ ਛੱਡਿਆ ਸੀ, ਫਿਰ ਉਹ ਤੁਹਾਨੂੰ ਪਤਾ ਕੀ ਹੋਇਆ ਸੀ ਉਦੋਂ, ਯੂ ਨੋ ਇਟ, ਹਨੇਰੀ ਲਿਆਤੀ ਸੀ, ਉਹਨਾਂ ਨੇ ਬਾਹਰ ਆ ਗਏ ਬੰਦਿਆਂ ਨੇ। ਬੈਂਸ ਕਮਿਸ਼ਨ ਨੇ ਛੱਡਿਆ ਵੀ ਇਸ ਸੁਧਰਨ ਦਾ ਮੌਕਾ ਦਿਓ ਇਹਨਾਂ ਨੂੰ ਜੀ, ਤੇ ਉਹ ਹੜ੍ਹ ਆ ਗਿਆ ਵਾਰਦਾਤਾਂ ਦਾ। ਫਿਰ ਹੋਰ ਪੁਲਿਸ ਕੋਲ ਰਸਤਾ ਕੀ ਸੀ? ਕੋਰਟ ਕੋਈ ਜੱਜ ਡਰਦੇ ਸੀ, ਈਵਨ ਜਦੋਂ ਬੰਦਾ ਪੇਸ਼ ਕਰਦੇ ਸੀ ਉਹ ਕਹਿੰਦਾ ਯਾਰ ਪਿੱਛੇ ਟ੍ਰਾਇਲ ਰੂਮ 'ਚ ਕਾਗਜ਼ ਲੈ ਆਓ, ਮੇਰੇ ਤੋਂ ਰਮਾਨ ਲੈ ਲਓ ਜਿਹੜਾ ਮਰਜ਼ੀ, ਮੈਂ ਸਾਹਮਣੇ ਨਹੀਂ ਹੋਣਾ। ਸਾਹਮਣੇ ਹੋਣ ਲਈ ਤਿਆਰ ਨਹੀਂ ਸੀ, ਤੇ ਮੰਨ ਲਈ ਤਾਂ ਪੁਲਿਸ ਹੀ ਰਹਿ ਗਈ। ਉਹ ਮਹਿਕਮੇ ਨੂੰ ਮਾਰਦਾ ਸੀ, ਇੱਧਰੋਂ ਵੀ ਮਰਦੇ ਸੀ। ਸਿਆਸਤਦਾਨ ਕਿੰਨਾ ਕੁ ਇਨਵੋਲਵ ਸੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਉਸ ਵੇਲੇ? ਕਿੰਨਾ ਕੁ ਇਹਨਾਂ ਵਿੱਚ ਤੁਹਾਨੂੰ 2 ਜਾਂ 4 ਮਿੰਟ 'ਚ ਛੇਤੀ ਇਹ ਬੜੀ ਲੰਬਾ ਚੈਪਟਰ ਹੈ ਜਿਹੜਾ ਤੁਸੀਂ ਕਿਹਾ ਜੀ, ਇਹਨੂੰ ਐਕਸਪੋਜ਼ ਕਰਨ ਲਈ ਘੱਟ ਤੋਂ ਘੱਟ ਮੈਨੂੰ 15 ਦਿਨ ਚਾਹੀਦੇ ਨੇ, ਸਾਰੀ ਗੱਲ ਤੁਹਾਡੇ ਖਾਨੇ 'ਚ ਪਾਉਣ ਲਈ। ਜੇ ਤੁਸੀਂ ਕਿਤੇ ਪਰ ਇਨਵੋਲਵਮੈਂਟ ਪੂਰੀ ਸੀ, ਇਹ ਮੰਨਦੇ ਹੋ ਤੁਸੀਂ? YouTube 'ਤੇ ਇੱਕ ਮੈਂ ਚੈਪਟਰ ਦੱਸਿਆ ਸੀਗਾ ਵੀ ਬ੍ਰਿਗੇਡ ਸੀਗੀ, ਵਿਰਕ ਬ੍ਰਿਗੇਡ, ਉਹਦਾ ਸਾਰਾ ਰੋਲ ਦੱਸਿਆ ਵੀ ਕੀ ਉਹਨਾਂ ਦਾ ਕੰਮ ਕੀ ਸੀ। ਅੰਮ੍ਰਿਤਪਾਲ ਖਾਲਸਾ ਅੱਤਵਾਦੀ ਦੀ ਮੈਂ ਅਰੈਸਟ ਪਾਈ 5 ਲੱਖ ਨਾਮੀ ਦੀ, ਉਹ ਕਿੱਦਾਂ ਮੇਰੇ ਤੋਂ ਛੁਡਾਇਆ ਗਿਆ, ਸਾਰੀ ਡਿਟੇਲ ਹੈਗੀ ਉਹਦੇ 'ਚ, ਪੜ੍ਹ ਲਿਓ। ਇੰਸਟੈਡ ਆਫ ਦੈਟ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਮੈਨੂੰ ਗੱਲ ਕਰ ਸਕਦੇ, ਮੈਂ ਆਊਂਗਾ, ਬਹਿ ਕੇ ਮੇਰੇ ਨਾਲ ਟੇਬਲ 'ਤੇ ਗੱਲ ਕਰ ਲਿਓ, ਦੱਸ ਦਾਂਗਾ ਮੈਂ। ਗੱਲ ਇਹ ਹੈ ਸਭ ਕੁਛ ਹੀ ਹੋਇਆ ਜੋ ਤੁਸੀਂ ਕਹਿ ਰਹੇ ਹੋ, ਉਹ ਵੀ ਗੱਲ ਚੱਲੀ। ਸੀਨੀਅਰ ਅਫਸਰਾਂ ਨੇ ਜੂਨੀਅਰਾਂ ਨੂੰ ਫਸਾਇਆ, ਜੂਨੀਅਰ ਅਫਸਰ ਤਾਂ ਮਰੇ, 3 ਬੰਦੇ ਆ ਹੁਣ ਪਟਿਆਲੇ ਮੈਨਾਂ ਜੇਲ੍ਹ ਸੀ, ਉਹਨਾਂ 'ਚ 2 ਨੂੰ ਹਾਰਟ ਅਟੈਕ ਹੋਇਆ। ਉੱਧਰੋਂ ਮਜੀਠੇ ਵਾਲੇ 65 ਸਾਲ ਦੇ ਬੁੱਢੇ, ਉਹ CBI ਦੇ ਚੱਕਰ 'ਚ ਅੰਦਰ ਸੀ ਪਟਿਆਲੇ ਪਹਿਲਾਂ, ਬਾਥਰੂਮ ਫੜ ਕੇ ਉਹਨਾਂ ਨੂੰ ਅੰਦਰ ਵੜਦੇ ਹੀ, ਤੁਰਿਆ ਵੀ ਨਹੀਂ ਜਾਂਦਾ। ਇਹ ਕਿਹੜੀ ਆਈ ਸੀ ਜੇਲ੍ਹਾਂ 'ਚ ਧੱਕੇ ਖਾਣ ਦੀ? ਘੱਟ ਕਿਸੇ ਵੱਲੋਂ ਨਹੀਂ ਹੋਈ, ਪੁਲਿਸ ਨੇ ਵੀ ਕੀਤਾ, ਅੱਤਵਾਦੀਆਂ ਨੇ ਵੀ ਘੱਟ ਨਹੀਂ ਕੀਤਾ, ਦੋਏ ਪਾਸੋਂ ਚੱਲਿਆ। ਜਦੋਂ ਜਿਹੜੇ ਬੰਦੇ ਅੱਜ ਤੱਕ ਕਿਸੇ ਦੇ ਚਪੇੜ ਵੀ ਨਹੀਂ, CID ਸੀਗੇ, ਇਹ ਇਕੱਠੇ ਹੋ ਕੇ ਸਾਰੇ ਉਹਨਾਂ ਨੂੰ ਮਾਰਨ ਲੱਗ ਗਏ ਵੀ ਇਹਨਾਂ ਦੇ ਪਰਿਵਾਰ ਵੀ ਮਾਰ ਦਿਓ। ਜਦੋਂ ਉਸ ਪੁਲਿਸ ਨੂੰ ਛੇੜਿਆ ਗਿਆ ਫਿਰ ਉਹ ਕਹਿੰਦੇ ਮਰਨਾ ਤਾਂ ਹੈਗਾ ਹੀ ਆ, ਹੁਣ ਸਿੱਧੇ ਹੋ ਕੇ ਮਾਰੋ। ਫਿਰ ਉਹ ਵੀ ਉੱਠ ਪਏ। ਇਹਨਾਂ ਨੂੰ ਪਿੰਡਾਂ ਦੇ ਨੂੰ ਰੋਟੀ ਵੀ ਦਿੰਦੇ ਸੀ, ਰੱਖਦੇ ਵੀ ਸੀ, ਸਵਾਉਂਦੇ ਵੀ ਸੀ। ਉਹਨਾਂ ਨੇ ਬਾਈਕਾਟ ਕਰਤਾ। ਬਾਈਕਾਟ ਕਰਨ ਤੋਂ ਬਾਅਦ ਜਦੋਂ ਇਹ ਜਾਣ ਲੱਗੇ, ਪਿੰਡ ਸਾਰਾ ਇਕੱਠਾ ਹੋ ਕੇ ਫੜਾਉਂਦੇ ਸੀ। 2 ਮਹੀਨੇ ਸਫਾਇਆ ਹੋ ਗਿਆ, ਦੁਖੀ ਹੋ ਕੇ ਲੋਕਾਂ ਨੇ ਫੜਾਇਆ, ਹੋਰ ਤਾਂ ਕੋਈ ਗੱਲ ਨਹੀਂ। ਨਿਰਦੋਸ਼ ਕਿੰਨੇ ਘਸੀਟੇ ਜਾਂਦੇ ਸੀ? ਦੇਖੋ ਜਿਹੜੀ ਨਿਰਦੋਸ਼ ਵਾਲੀ ਗੱਲ ਹੈ, ਜੇ ਕੋਈ ਬੰਦਾ ਪੁਲਿਸ 'ਚ ਹੈ ਉਹਨੂੰ ਗਦਾਰ ਕਹਿ ਕੇ ਮਾਰਤਾ ਤਾਂ ਮਰਿਆ ਤਾਂ ਉਹ ਵੀ ਪੰਜਾਬੀ, ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰਤਾ ਮਰਿਆ ਉਹ ਵੀ ਪੰਜਾਬੀ, ਕਿਸੇ ਨੂੰ ਮੁਖਬਰ ਕਹਿ ਕੇ ਮਾਰਤਾ, ਆਮ ਤਾਂ ਨੁਕਸਾਨ ਤਾਂ ਪੰਜਾਬ ਦਾ ਹੀ ਹੋਇਆ। ਕਦੇ ਗਹਿਰਾਈ ਨਾਲ ਬਹਿ ਕੇ ਸੋਚਿਓ, ਕਦੀ ਉਹਦੇ ਮਨ 'ਚ ਆਇਆ ਨਹੀਂ ਕਿ ਕਤਲੋ ਗੈਰਤ ਜੋ ਹੋ ਰਿਹਾ ਇਸ ਤੋਂ ਪਾਸੇ ਹਟ ਜਾਵੇ, ਨੌਕਰੀ ਛੱਡ ਦਿੱਤੀ ਜਾਵੇ? ਨੌਕਰੀ ਇੱਕ ਬੰਦਾ ਮੈਂ ਛੱਡ ਵੀ ਦਿੰਦਾ, ਠੀਕ ਹੈ ਨਾ, ਮੈਂ ਛੱਡੀ ਬੈਠਾ ਹੁਣ, ਚਲੋ ਫਿਰ ਮੇਰੇ ਇਕੱਲੇ ਦੇ ਛੱਡਣ ਦਾ ਹੋਰ ਬੜੇ ਸਨ। ਜਦੋਂ 2000 'ਚ ਮੰਦਰ ਗਿਆ, ਚੀਕਾਂ ਮਾਰਦੇ ਸੀ ਲੋਕ,
ਵੀ ਸਰਦਾਰ ਜੀ ਜੋ ਮਰਜ਼ੀ ਹੋ ਜੇ ਉਹਦਾ ਨੌਕਰੀ ਨਹੀਂ ਕਰਨੀ। ਅੰਤ ਤੇ ਤੁਹਾਡਾ ਕੀ ਮਤਲਬ ਵੀ ਹੁਣ ਇਨਕਾਊਂਟਰ ਨਹੀਂ ਹੋਏ 2000 ਤੋਂ ਬਾਅਦ ਨਹੀਂ ਹੋਏ, ਫਿਰ ਵੀ ਹੋ ਰਹੇ ਨੇ, ਪੁਲਿਸ ਕਰ ਰਹੀ ਹੈ। ਜਿਹੜਾ ਵਿੱਕੀ ਕਾਊਂਟਰ ਮਾਰਿਆ ਗਿਆ ਉਸ ਤੋਂ ਲੈ ਕੇ ਸਿਰੇ ਤੱਕ ਕਿੰਨੇ ਮਰੇ ਨੇ, ਫਿਰ ਕੌਣ ਹਟ ਗਿਆ? ਇਹ ਕੰਮ ਚੱਲਦਾ ਰਹਿਣਾ, ਰੁਕਣ ਵਾਲਾ ਕੋਈ ਗੱਲ ਹਾਲ ਨਹੀਂ ਗਾ। ਜਿੰਨੀ ਜਾਤੀ ਉਸ ਵੇਲੇ ਇਹਨਾਂ ਨੇ ਕੀਤੀ ਹੈ, ਕਿਸੇ ਨੇ ਕੀਤੀ ਨਹੀਂ। ਮੈਂ ਪਰਸੋਂ ਵੀ ਇਹ ਗੱਲ ਦੱਸੀ ਸੀ ਵੀ ਕਾਲਕ ਮਾਜਰੀ ਪਿੰਡਾ ਡੇਲੋ ਕੋਲ, ਉੱਥੋਂ ਦਾ ਜਗਰੂਪ ਜੂਪਾ ਸੀ ਅੱਤਵਾਦੀ ਜੀ। 4-5 ਬਜ਼ੁਰਗ ਪੱਠੇ ਪੁੱਠੇ ਵੱਢ ਕੇ ਪਿੰਡੋਂ ਲਿਆ ਕੇ ਡੰਗਰਾਂ ਨੂੰ ਪੱਠੇ ਪਾ ਕੇ ਉਹ ਬਰੋਟੇ ਥੱਲੇ ਬੈਠੇ ਤਾਸ਼ ਖੇਡ ਰਹੇ। ਹੋਰ ਪਿੰਡਾਂ 'ਚ ਕਿਹੜਾ ਕੋਈ ਸਾਧਨ ਹੁੰਦਾ? ਇਹ ਆਏ ਵੈਨ 'ਚ, ਲਾਈਨ ਲਵਾ ਲਈ ਉਹਨਾਂ ਨੇ, ਕਹਿੰਦੇ ਤੁਸੀਂ ਤਾਸ਼ ਖੇਡ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਲਾਈਨ 'ਚ ਖੜ੍ਹੇ ਕਰਕੇ 6 ਦੇ ਗੋਲੀਆਂ ਮਾਰ ਕੇ ਤਾਸ਼ ਖੇਡਣਾ ਕਿੱਡਾ ਕੁ ਵੱਡਾ ਜੁਰਮ ਆ, ਮੈਨੂੰ ਗੱਲ ਦੱਸੋ। ਫਿਰ ਉੱਥੇ ਪੁਲਿਸ ਕੀ ਕਰੂਗੀ? ਜਾਤੀ ਉਹਨਾਂ ਵੱਲੋਂ ਵੀ ਹੋਈ, ਇਹਨਾਂ ਵੱਲੋਂ ਵੀ ਹੋਈ। ਸੁਮੇਧ ਸਿੰਘ ਸੈਣੀ ਹੁਣੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ। ਕੀ ਲੱਗਦਾ ਹੈ ਤੁਹਾਨੂੰ, ਕੋਰਟ ਨੇ ਵੀ ਹੁਣ ਕਹਿ ਦਿੱਤਾ ਹੈ ਕਿ 302 ਦੀ ਧਾਰਾ ਜਿਹੜੀ ਹੈ ਉਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਨਾਂ 'ਤੇ ਜੋੜੀ ਜਾਵੇ। ਕੀ ਲੱਗਦਾ ਹੈ ਸਜ਼ਾ ਹੋਵੇਗੀ ਉਹਨਾਂ ਨੂੰ ਕਿ ਫਿਰ ਰੌਲਾ ਰੱਪਾ ਹੋਵੇਗਾ ਕੁਛ ਦਿਨਾਂ ਦਾ, ਕੁਛ ਮਹੀਨਿਆਂ ਦਾ, ਅਤੇ ਮਾਮਲਾ ਠੰਡੇ ਬਸਤੇ 'ਚ ਪੈ ਜਾਏਗਾ? ਕਿਉਂਕਿ 29 ਸਾਲ ਹੋ ਗਏ ਨੇ, ਅਜੇ ਤੱਕ ਵੀ ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਦੇਖੋ, ਇਟ ਡਿਪੈਂਡਸ ਔਨ ਕੋਰਟ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਇਹ ਕੋਰਟ 'ਤੇ ਡਿਪੈਂਡ ਕਰਦਾ ਜੀ। ਪਰਸੋਂ ਦੀ ਪੁਲਿਸ, ਮੈਂ ਰੋਜ਼ ਦੇਖਦਾ ਅਖਬਾਰ 'ਚ, TV 'ਚ ਰੇਡਾਂ ਕਰ ਰਹੀ ਆ ਉਹਨਾਂ ਦੇ ਘਰ 'ਤੇ, ਉਹਨਾਂ ਦੇ ਫਾਰਮ 'ਤੇ, ਦਿੱਲੀ, ਸ਼ਿਮਲੇ, ਉਹ ਲੱਭ ਨਹੀਂ ਰਹੇ ਕਿਸੇ ਨੂੰ। ਹੁਣ ਗੱਲ ਹੈ, ਜਦੋਂ ਸਟੇਜ ਇਹੀ ਜੀ ਹੈ, ਪਿਛਲੇ 2-3 ਸਾਲ ਤੋਂ ਨਾ ਕਦੇ ਅਸੀਂ ਮਿਲੇ ਆਪਸ, ਨਾ ਕਦੇ ਕੋਈ ਗੱਲ ਹੋਈ। ਪਹਿਲਾਂ ਤਾਂ ਮਿਲ ਮੁਲ ਜਾਂਦੇ ਸੀ ਆਪਸ, ਇੱਕ ਦੂਜੇ ਦਾ ਪਤਾ ਚੱਲਦਾ ਰਹਿੰਦਾ ਸੀ। ਇੱਥੋਂ ਤੱਕ ਕਿ ਜਿਹੜੇ ਬਾਕੀ ਦੇ ਕੁਲੀਗ ਸੀਗੇ, ਸ਼ਿਵ ਕੁਮਾਰ, ਗੁੱਡੂ, ਉਹ ਵੀ ਮੈਨੂੰ ਪਿਛਲੇ 2-3 ਸਾਲ ਤੋਂ ਕੋਈ ਨਹੀਂ ਮਿਲਿਆ, ਨਾ ਹੀ ਮੈਂ ਜਾਂਦਾ। ਮੈਂ ਆਪਣਾ ਸਵੇਰੇ ਚੱਲ ਜਾਂਦਾ ਫਾਰਮ ਹਾਊਸ 'ਤੇ, ਸ਼ਾਮ ਨੂੰ ਵਾਪਸ ਆ ਜਾਂਦਾ, ਆਪਣੇ ਕੰਮ ਕਾਰ 'ਚ ਬਿਜ਼ੀ ਹਾਂ। ਇਹਦੇ ਬਾਰੇ ਹੁਣ ਕੋਰਟ ਹੀ ਦੇਖੇਗੀ ਵੀ ਕੀ ਕਰਦਾ, ਕਿਉਂਕਿ ਉਹ ਜਿਹੜਾ ਸੈਣੀ ਮਰਡਰ, ਟ੍ਰਿਪਲ ਮਰਡਰ ਕੇਸ ਹੈ, ਉਹ ਸਨ 94 ਦਾ ਜੀ। 94 ਤੋਂ ਲੈ ਕੇ 26 ਸਾਲਾਂ 'ਚ ਅਮਰ ਕੌਰ ਮਰ ਗਈ 90 ਸਾਲ ਦੀ, ਉਹਦੇ ਤੱਕ ਅਜੇ ਤੱਕ ਸੈਸ਼ਨ ਟ੍ਰਾਇਲ ਦਾ ਫੈਸਲਾ ਵੀ ਨਹੀਂ ਹੋਇਆ। ਉਹ ਵੀ ਕੇਸ ਸੈਣੀ ਦੇ ਖਿਲਾਫ ਸੀ, ਪੈਂਡਿੰਗ ਚੱਲ ਰਿਹਾ ਜੀ CBI ਕੋਰਟ 'ਚ। ਉੱਤੇ ਹਾਈ ਕੋਰਟ ਪਈ ਹੈ, ਸੁਪਰੀਮ ਕੋਰਟ ਪਈ ਹੈ, ਕਦੋਂ ਸੈਸ਼ਨ ਦਾ ਫੈਸਲਾ ਆਊਗਾ, ਕਦੋਂ ਉੱਥੋਂ ਨਿਬੜੂਗਾ। ਠੀਕ ਹੈ ਨਾ, ਇਹ ਸਭ ਮਹਾਰਾਜ ਭਗਵਾਨ ਦੇ ਹੱਥ 'ਚ ਨੇ ਗੱਲਾਂ, ਆਪਾਂ ਇਹਦੇ 'ਚ ਕੀ ਕਰ ਸਕਦੇ। ਤੁਹਾਡੀ ਇੱਛਾ ਹੈਗੀ ਆ ਕਿ ਜੇਕਰ ਤੁਸੀਂ ਵੀ ਜੇਲ੍ਹ 'ਚ ਜਾ ਕੇ ਆਏ ਹੋ, ਅਤੇ ਜਿਹੜੇ ਕਰਮ ਤੁਹਾਡੇ ਸਾਥੀਆਂ ਨੇ ਕੀਤੇ ਨੇ, ਸੁਮੇਧ ਸੈਣੀ ਹੋਣੀ ਜਾਂ ਫਿਰ ਹੋਰ ਜਿਨ੍ਹਾਂ ਦੇ ਨਾਂ ਆਉਂਦੇ ਨੇ, ਇਹਨਾਂ ਨੂੰ ਵੀ ਇਹਨਾਂ ਦੇ ਕਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ? ਇੱਕ ਗੱਲ ਬੜੀ ਠੋਕ ਕੇ ਉਦੋਂ ਵੀ ਕਹੀ ਸੀ, ਅੱਜ ਵੀ ਕਹਿਣਾ, ਜਦੋਂ ਹਵਾਰਾ ਫੜਿਆ, ਪ੍ਰੈਸ ਕਾਨਫਰੰਸ ਹੋਈ, SSP ਨੇ ਕੀਤੀ, DG ਆਇਆ, ਜਦੋਂ ਦਲਜੀਤ ਬਿੱਟੂ ਨਹੀਂ ਫੜੇ, ਪ੍ਰੈਸ ਕਾਨਫਰੰਸ ਤਾਂ SSP ਕਰਦਾ ਸੀ, ਫੜ ਕੇ ਅਸੀਂ ਲਿਆਉਂਦੇ ਸੀ ਜੀ। ਠੀਕ ਹੈ ਕਿ ਨਾ, ਬਿਨਾਂ ਕਿਸੇ ਇਨਕੁਆਇਰੀ ਤੋਂ ਅਵਤਾਰ ਸਿੰਘ ਗੋਲਾ ਦਾ ਮਰਡਰ ਮੇਰੇ ਗਲ ਪਾਤਾ, ਜਦੋਂ ਕਿ 2 FIR ਕਈ ਕੁਛ ਹੋਇਆ ਉਹਦੇ 'ਚ। ਅੱਜ ਦਾ ਜਿਹੜਾ DGP ਹੈ, ਉਹਨੂੰ ਪੁੱਛ ਲਓ ਵੀ ਵਿੰਕੀ ਨੇ ਮਾਰਿਆ, ਉਹਦੇ ਪਿਓ ਨੂੰ ਗੁਰਦੁਆਰੇ ਵਾੜ ਲਓ, ਕੁਲਦੀਪ ਸਿੰਘ SSP, ਉਹ ਕਹਿੰਦਾ ਮੈਂ ਬੌਲਾ, ਮੈਨੂੰ ਸੁਣਦਾ ਹੀ ਨਹੀਂ, ਕੁਲਦੀਪ ਸਿੰਘ ਕਹਿੰਦਾ। ਜਦੋਂ ਤੂੰ ਦੁੱਗਰੀ ਬੰਦਾ ਦੁੱਲੇ ਨਾਲ ਇਸੇ ਨਾਲ ਲੜ ਕੇ ਮਾਰਾ ਜੀ ਦਾ ਸੋਨਾ ਲੁੱਟਿਆ, ਤੇ ਤੁਹਾਨੂੰ ਕੈਦ ਨਹੀਂ ਹੋਣੀ ਚਾਹੀਦੀ? ਫਿਰ ਮੈਂ ਸਾਬਤ ਕਰਦਾ। ਠੀਕ ਹੈ, ਗੱਲਾਂ ਕਰਨ ਨੂੰ ਬੜੇ ਲੋਕ ਇਹ ਜੀ ਉਹ ਜੀ, ਘਰ ਬਹਿ ਕੇ ਗੱਲਾਂ ਕਰਨੀਆਂ ਬਹੁਤ ਆਸਾਨ ਨੇ, ਫੀਲਡ 'ਚ ਆਓ, ਫਿਰ ਮੈਂ ਦੇਖਦਾ ਕੀ। ਇੱਛਾ ਇਹੀ ਹੈ ਕਿ ਜਿਹੜੇ ਸਾਥੀ ਨੇ, ਦੇਖੋ ਮੈਨੂੰ ਤਾਂ ਬਿਨਾਂ ਕਤਲ ਕੀਤੇ ਤੋਂ ਕੈਦ ਕਟਾਤੀ ਇਹਨਾਂ ਨੇ, ਮੈਂ ਹੋਰ ਵੀ ਕੱਟਣ ਨੂੰ ਤਿਆਰ ਹਾਂ, ਇਹਨਾਂ ਨੂੰ ਭੇਜੋ ਅੰਦਰ ਮੇਰੇ ਨਾਲ। ਗੋਹੀਆਂ ਮੈਂ ਦੇਣਾ, ਬੰਦੇ ਮੈਂ ਦੱਸਦਾ ਕਿੰਨੇ ਮਾਰੇ, ਕਿੱਥੇ ਕਿੱਥੇ ਪਰਚੇ ਦਰਜ ਨੇ, ਫੜੋ ਇਹਨਾਂ ਸਾਰਿਆਂ ਨੂੰ, ਮੈਨੂੰ ਵੀ ਫੜ ਲਓ, ਜਾਂਦਾ ਮੈਂ ਫਿਰ ਅੰਦਰ, ਮੈਂ ਤਿਆਰ ਹਾਂ, ਕੋਈ ਗੱਲ ਨਹੀਂ। ਬਟ ਇਹ ਕਹਿੰਦਾ ਮੈਂ ਕੁਲਦੀਪ ਸਿੰਘ, ਇਹਨਾਂ ਨੇ ਬੰਦਾ ਦੁੱਗਰੀ ਮਾਰਿਆ, ਉਹ ਚੋਰ ਦੁੱਲੇ ਇਸੇ ਹੀ ਨਾਲ ਰਲ ਕੇ ਸੋਨਾ ਉਹਦਾ ਰੱਖ ਲਿਆ, ਇਨਕਾਊਂਟਰ ਉਹਦਾ ਕਰਤਾ, ਉਹਦੀ CBI ਇਨਕੁਆਇਰੀ ਨਹੀਂ ਹੁੰਦੀ ਕਿ ਬੌੜੀ ਹੈ ਸਰਕਾਰ। ਉਹਨੂੰ ਮੈਂ ਕਿਹਾ ਆਪਣੇ ਬੱਚੇ ਲੈ ਕੇ ਦਰਬਾਰ ਸਾਹਿਬ ਵੜ, ਮੈਂ ਆਪਣੇ ਬੱਚੇ ਲੈ ਕੇ ਆਉਣਾ, ਜੇ ਮੈਂ ਗੋਲੀ ਮਾਰੀ ਤਾਂ ਮੈਨੂੰ ਉੱਥੇ ਹੀ ਮਾਰ ਦਿਓ, ਮੈਂ ਦਰਬਾਰ ਸਾਹਿਬ 'ਚੋਂ ਬਾਹਰ ਵੀ ਨਹੀਂ ਆਉਂਦਾ। ਕੋਈ ਗੱਲ ਨਹੀਂ, ਭੌਂਕੇ ਕੁੱਤਾ ਉਹ ਕਹਾਣੀ ਹੈ, ਕੋਈ ਕਿਸੇ ਦੀ ਸੁਣਦਾ ਨਹੀਂ ਆਉਂਦਾ, ਬੋਲੇ ਨੂੰ ਘੜੀਸੀ ਫਿਰਦਾ। ਉਹ ਮੈਂ 2015-14 ਦਾ ਰੌਲਾ ਪਾ ਰਿਹਾ, ਮੇਰੀ ਗੱਲ ਤਾਂ ਕੋਈ ਸੁਣੋ। ਕਿਸੇ ਦੀ ਸਿਹਤ 'ਤੇ ਅਸਰ ਹੀ ਨਹੀਂ, ਬਿਨਾਂ ਮਤਲਬ ਤੋਂ ਚੱਕ ਕੇ ਮੈਨੂੰ ਕੈਦ ਕਰਾਤੀ।
ਕੋਈ ਬੰਦਾ ਲੁਧਿਆਣੇ ਤੋਂ ਤੁਸੀਂ 5000 ਬੰਦਾ ਇਕੱਠਾ ਕਰ ਲਓ, ਜੇ ਪੁੱਛ ਲਓ ਵੀ ਪਿੰਕੀ ਨੇ ਮਾਰੀ ਗੋਲੀ, ਜਾ ਕੇ ਇਕੱਲੇ ਵੈਰੀਫਾਈ ਕਰ ਲਓ, ਕਿਸੇ ਨੂੰ ਨਾ ਲੈ ਕੇ ਜਾਣ ਨਾਲ, ਆਪਣੇ ਤੌਰ ਤੇ ਪਤਾ ਕਰੋ। ਜੇ ਤੁਸੀਂ ਬਿਨਾਂ ਗੱਲ ਤੋਂ ਕਤਲ ਦਾ ਪਰਚਾ ਝੂਠਾ ਕਿਸੇ ਦੇ ਦੇ ਕੇ ਉਹਦੀ ਲਾਈਫ ਸਪਾਇਲ ਕਰਤੀ, ਫਿਰ ਤੁਸੀਂ ਬਚੋਗੇ, ਕੀੜੇ ਪੈਣਗੇ ਤੁਹਾਡੇ ਜੇਲ੍ਹਾਂ 'ਚ ਬਹਿ ਕੇ। ਜਿਹੜੀ ਮੈਂ ਅਰਦਾਸ ਕੀਤੀ ਆ ਉਹ ਜਾਂਦੀ ਨਹੀਂ ਬਿਰਥਾ, ਬੇੜਾ ਗਰਕ ਹੋਊਗਾ ਤੁਹਾਡਾ ਸਾਰਿਆਂ ਦਾ, ਇੱਥੇ ਹੀ ਹੋਊਗਾ। ਸੋ ਬਿਲਕੁਲ ਇਹ ਮਸਲਾ ਕਾਫੀ ਗੰਭੀਰ ਹੈ। ਇਸ ਮਸਲੇ ਦੀਆਂ ਪਰਤਾਂ ਵੀ ਬਹੁਤ ਡੂੰਘੀਆਂ ਨੇ ਤੇ ਸਾਲ ਵੀ ਬਹੁਤ ਹੋ ਗਏ ਨੇ ਤੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਤਸ਼ੱਦਦ ਹੋਏ ਤੇ ਅੱਜ ਉਹ ਮਾਮਲੇ ਖੁੱਲ੍ਹ ਰਹੇ ਨੇ ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਇਸ ਵੇਲੇ ਤਰੀਕਾਂ ਵੀ ਪੈਂਦੀਆਂ ਦਿਖਾਈ ਦੇ ਰਹੇ ਨੇ। ਸੋ ਸਾਡਾ ਮਕਸਦ ਗੁਰਮੀਤ ਪਿੰਕੀ ਹੁਣਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ਦਾ ਇਹੀ ਸੀ ਕਿ ਜੋ ਕੁਝ ਉਸ ਵੇਲੇ ਹੋਇਆ, ਇਹ ਪ੍ਰਮੁੱਖ ਤੌਰ ਦੇ ਉੱਤੇ ਉੱਥੇ ਹਾਜ਼ਰ ਸੀ, ਕਿਸ ਤਰੀਕੇ ਦੇ ਨਾਲ ਉਸ ਵੇਲੇ ਤਸ਼ੱਦਦ ਢਾਇਆ ਗਿਆ ਜਾਂ ਫਿਰ ਹੋਰ ਵੀ ਜਿਹੜੇ ਘਟਨਾਕ੍ਰਮ ਉਹਨਾਂ ਸਾਲਾਂ ਦੇ ਵਿੱਚ ਵਾਪਰੇ, ਉਸ ਬਾਰੇ ਇਹਨਾਂ ਨੇ ਖੁਲਾਸੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ।